ਕਮਰਸ਼ੀਅਲ ਜਿਹੜੀ ਆ ਬਾਈਕ ਦੀ ਵੈਸੇ ਪਰਚੀ ਲਾਦੀ ਫੇਰ ਵੀ ਤੁਸੀਂ ਇਹਨਾਂ ਦੀ ਪਰਚੀ ਕੱਟਦੇ ਨਹੀਂ ਬਣਦੀ ਕਿਉਂ ਨਹੀਂ ਮਹਾਰਾਜ? ਨਹੀਂ ਬਣਦੀ। ਅਸੀਂ ਲਾਈਏ ਕਿਉਂ ਨਾ ਲਾਈਏ? ਨਹੀਂ ਬਣ ਮਹਾਰਾਜ ਫਿਰ ਅਸੀਂ ਭਾਜੀ ਬਗੈਰ ਪੈਸੇ ਦਿੱਤੇ ਜਾ ਸਾਰੀ ਜਗ੍ਹਾ ਕੋਈ ਠੇਕੇਦਾਰ ਗਲਤ ਥੋੜੀ ਹੈਗੇ ਭਾਈ। ਜਦੋਂ ਤੁਸੀਂ 60 ਲੱਖ ਰੁਪਏ ਦਾ ਟੈਂਡਰ ਲੈਂਦੇ ਹੋ ਉਦੋਂ ਤੁਸੀਂ ਮੰਡੀ ਬੋਰਡ ਦੇ ਨਾਲ ਗੱਲਬਾਤ ਕਿਉਂ ਨਹੀਂ ਕਰਦੇ ਕਿ ਅੱਜ ਅਸੀਂ ਫਗਵਾੜਾ ਦੀ ਖਬਰ ਕੀਤੀ ਸੀ, ਜਲੰਧਰ ਦੀ ਵੀ ਕੀਤੀ, ਛੱਡੀ ਅਸੀਂ ਉਹ ਵੀ ਨਹੀਂ। ਲੇਕਿਨ ਉਹ ਹਜੇ ਵੀ ਉਹਨਾਂ ਦੇ ਭਾਜੀ ਜੀਪ ਦੇ 100 ਰੁਪਏ ਹੈਗੇ ਤੇ ਇੱਥੇ ਤੁਹਾਡੇ ਬਾਅਦ ਉੱਥੇ ਹੀ ਚੱਲੇ ਆ। ਹਰ ਜਗ੍ਹਾ ਠੇਕੇਦਾਰ ਜਾਂ ਠੇਕੇਦਾਰ ਦੇ ਕਰਿੰਦੇ ਗਲਤ ਨਹੀਂ ਹੋ ਸਕਦੇ, ਕਿਤੇ ਕਿਤੇ ਪਬਲਿਕ ਵੀ ਗਲਤ ਹੁੰਦੀ ਹੈ। ਲੇਕਿਨ ਪਬਲਿਕ ਕਈ ਵਾਰ ਜੋ ਦੇਖਿਆ ਸੀਗਾ ਪਰਚੀ ਤੇ ਲਿਖਿਆ, ਅੱਜ ਅਸੀਂ ਇਸੇ ਕਰਕੇ ਆਏ ਹਾਂ ਦੇਖੀਏ ਕਿ ਕਿੰਨੀਆਂ ਕੁ ਰੇੜੀਆਂ ਆਉਂਦੀਆਂ, ਤੁਸੀਂ ਪਰਚੀ ਤੇ ਕਿੰਨਾ ਕੁ ਲਿਖਿਆ ਹੈ। ਥੋੜੀ ਬਹੁਤ ਰਹਿੰਦੀਆਂ ਰੇੜੀਆਂ, ਦੋ ਚਾਰ ਜਿਹੜੇ ਸਵੇਰੇ ਟਾਈਮ ਖੁੱਲਾ ਨਹੀਂ ਹੁੰਦਾ, ਫਿਰ ਤੇ ਸਾਡੇ ਕੋਲ ਕੈਸ਼ ਆ ਜਾਂਦਾ। 20 ਰੁਪਏ ਭਾਜੀ ਸਾਈਕਲ ਦੀ ਵੀ ਪਰਚੀ ਹੈ? डेली आता ਡੇਲੀ 20 ਰੁਪਏ ਦੇ ਕੇ ਜਾਂਦੇ? हाँ जी। ਸਰ ਇਹ ਕੀ ਕਰ ਰਿਹਾ, ਸਾਈਕਲ ਚਲਾਉਣ ਵਾਸਤੇ ਕਿ ਸਮਾਨ ਢੋਣ ਵਾਸਤੇ ਰੇੜੇ ਤੇ ਰੱਖੇ ਸਮਾਨ ਸਾਨੂੰ 15 ਰੁਪਏ ਮਿਲਣਗੇ। ਇਹਨੂੰ ਰੇੜਾ ਲੈ ਕੇ ਦੇ ਦਿਓ, ਜੇ ਇਹਦੇ ਕੋਲ ਨਹੀਂ ਹੈਗਾ ਤੇ ਕੀ ਕਰਿਓ ਬੰਦਾ? 15 ਦਾ ਅੰਦਾਜ਼ਾ ਲਗਾ ਲਓ ਸਰ ਕਿੰਨੇ ਲੱਖ ਰੁਪਏ ਦਾ ਟੈਂਡਰ ਹੋਣਾ ਹੈ। ਬੜਾ ਲਾਸ ਹੋ ਰਿਹਾ ਤੇ 8000 ਰੁਪਏ ਰੋਜ਼ ਦਾ ਲਾਸ। ਉਹ ਚਲੋ ਮੰਨ ਕੇ ਟੈਂਡਰ ਕਿੰਨਾ ਦਿੱਤਾ ਸਰ, ਕਿਤੋਂ ਦੱਸੋ ਮਾੜਾ। ਉਹ ਟੈਂਡਰ ਦੀ ਅੰਦਰ ਦੀ ਗੱਲ ਹੈ ਕਿ ਕਿਉਂ ਪੁੱਛਦੇ ਹੈਗੇ ਹੋ? ਇਹਨੇ 3000 ਰੁਪਏ ਦੀ ਸਬਜ਼ੀ ਲੋਡ ਕੀਤੀ ਹੈਗੀ, ਇਹ ਵਿਚਾਰਾ ਹੋ ਗਿਆ। ਆਪਾਂ ਹੁਣ ਬਾਹਰ ਜਾ ਕੇ ਜੀਨਸ ਪਾ ਲੈਣਗੇ, ਮੰਡੀ ਦੇ ਅੰਦਰ ਆਉਣ ਵਾਸਤੇ ਨਾ ਪੱਟੀ ਕਮੀਜ਼ ਪਾ ਕੇ ਆਉਂਦੇ, ਆਪਾਂ ਗਰੀਬ ਹੈਗੇ ਆ। ਟੈਂਡਰ ਜਿਹੜਾ ਵਾ ਤੁਹਾਡਾ ਲੱਖਾਂ ਰੁਪਏ ਦਾ ਹੁੰਦਾ ਵਾ, ਤੁਸੀਂ ਬਾਈਕ ਦੇ ਵਿੱਚ ਆਏ, ਹੁਣ ਇਹਦਾ ਮਤਲਬ ਕੀ ਤੁਸੀਂ ਗਰੀਬ ਹੋਗੇ? ਜ਼ਰੂਰੀ ਨਹੀਂ ਹੁੰਦਾ ਅਸੀਂ ਕਿਸੇ ਨੂੰ ਕੱਪੜੇ ਜੱਜ ਕਰੀ ਕਿ ਬਾਹਰ ਜਾ ਕੇ ਕੋਈ ਜੀਨ ਪਾ ਲੇਗਾ ਜਾਂ ਆਹ ਚੀਜ਼ ਕਰ ਲੇਗਾ। ਇਹ ਤਾਂ ਸਿਰਫ ਬੇਤੁਕੀ ਗੱਲਾਂ ਆ ਬਹਿਸ ਵਧਾਉਣ ਦੇ ਲਈ। ਫਿਰ ਇਹ ਚੀਜ਼ਾਂ ਤੁਹਾਨੂੰ ਨਹੀਂ ਤੁਸੀਂ ਬਿਲਕੁਲ ਠੀਕ ਹੈਗੇ। ਸਕੂਟਰ ਮੋਟਰਸਾਈਕਲ ਪਬਲਿਕ ਨੂੰ ਬਿਠਾ ਕੇ ਚਲਾਉਣ ਵਾਸਤੇ ਹੈਗਾ, ਸਬਜ਼ੀਆਂ ਢੋਣ ਵਾਸਤੇ ਨਹੀਂ ਹੈਗਾ। ਸਬਜ਼ੀਆਂ ਸਤਿ ਸ਼੍ਰੀ ਅਕਾਲ ਜੀ, ਯੂਐਸ ਸਵੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ। ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਵੀ ਅਸੀਂ ਫਗਵਾੜਾ ਦੀ ਜਿਹੜੀ ਸਬਜ਼ੀ ਮੰਡੀ ਆ ਉੱਥੇ ਆਏ ਸੀਗੇ, ਤੁਹਾਨੂੰ ਦਿਖਾਇਆ ਸੀਗਾ ਕਿ ਜਿਹੜੇ ਰੇਟ ਲਿਸਟ ਜਿਹੜੇ ਲੱਗੇ ਹੋਏ ਆ ਉਸ ਤੋਂ ਵੱਧ ਜਿਹੜੇ ਪੈਸੇ ਆ ਰੇੜੀਆਂ ਵਾਲਿਆਂ ਕੋਲ ਜਿਹੜੇ ਲਿੱਤੇ ਜਾਂਦੇ ਆ। 2 ਵਾਹੀਕਲ ਦੇ ਵੀਲਰ ਦੇ ਜਿਹੜੇ ਪੈਸੇ ਨਹੀਂ ਲੱਗਦੇ ਉਹ ਵੀ ਲਿੱਤੇ ਜਾਂਦੇ ਆ। ਸੋ ਹੁਣ ਦੇਖਦੇ ਆ ਕਿ ਜਿਹੜਾ ਹੁਣ ਖਬਰ ਤੋਂ ਬਾਅਦ ਜਿਹੜਾ ਕੀ ਅਸਰ ਹੋਇਆ ਵਾ। ਹੁਣ ਵੀ ਜਿਹੜੇ ਇਹਨਾਂ ਦੇ ਵੱਲੋਂ ਜਿਹੜੇ ਵੱਧ ਪੈਸੇ ਲਿੱਤੇ ਜਾ ਰਹੇ ਆ ਜਾਂ ਜਿਹੜੇ ਘੱਟ ਪੈਸੇ ਲਿੱਤੇ ਜਾ ਰਹੇ, ਸੋ ਇਹਨਾਂ ਵੱਲੋਂ ਇੱਕ ਜਿਹੜਾ ਗੱਡੀ ਨੂੰ ਜਿਹੜਾ ਟੈਂਪੂ ਨੂੰ ਰੋਕਿਆ ਗਿਆ, ਸੋ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ, ਪੁੱਛ ਲੈਂਦੇ ਆ। ਭਾਜੀ ਕੀ ਨਾਮ ਹੈ ਜੀ ਤੁਹਾਡਾ? ਸੁਭਾਸ਼ ਕੁਮਾਰ। ਭਾਜੀ ਇੱਥੋਂ ਕਿੰਨੇ ਰੁਪਏ ਦੀ ਪਰਚੀ ਕਟਾਉਂਦੇ ਹੋ ਤੁਸੀਂ? 50 ਰੁਪਏ ਦੇ ਜੀ। ਵੱਧ ਪੈਸੇ ਤਾਂ ਨਹੀਂ ਲੈਂਦੇ ਤੁਹਾਡੇ ਤੋਂ? ਨਹੀਂ ਕੋਈ ਪੈਸੇ ਬਦਲ ਨਹੀਂ। ਕਿੰਨਾ ਸਮਾਂ ਹੋ ਗਿਆ, ਕਿੰਨੀ ਵਾਰੀ ਤੁਸੀਂ ਇੱਥੇ ਆ ਚੁੱਕੇ ਹੋ? ਮੈਨੂੰ ਤਾਂ ਥੋੜੇ ਦਿਨ ਹੋਏ। ਕਿੰਨੇ ਦਿਨ ਫਿਰ ਵੀ? ਮਹੀਨਾ ਹੋ ਗਿਆ। ਮਹੀਨੇ ਦੇ ਵਿੱਚ ਤੁਹਾਡੇ ਕੋਲ 50 ਲੈ ਰਹੇ ਕਿ ਵੱਧ ਲੈ ਰਹੇ? 50 ਹੀ ਲੈ ਰਹੇ ਜੀ। ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਨਾਲ ਗੱਲਬਾਤ ਜਿਹੜੀ ਕੀਤੀ ਗਈ ਆ, ਉੱਥੇ ਉਹਦਾ ਕਹਿਣਾ ਇਹ ਹੈ ਕਿ 50 ਰੁਪਏ ਜਿਹੜੇ ਮੇਰੇ ਕੋਲ ਲਿੱਤੇ ਜਾ ਰਹੇ ਆ, ਜੋ ਰੇਟ ਆ ਉਹੀ ਲਿੱਤਾ ਜਾ ਰਿਹਾ। ਸੋ ਹੋਰ ਵੀ ਰੇਹੜੀ ਵਾਲੇ ਤੋਂ ਪੁੱਛ ਲੈਂਦੇ ਆ ਵੀ ਉਹ ਵੀ ਪੈਸੇ ਲੈ ਰਹੇ ਆ, ਉਹਨਾਂ ਤੋਂ ਵੱਧ ਲੈ ਰਹੇ ਆ ਜਾਂ ਨਹੀਂ ਲੈ ਰਹੇ। ਮੌਜੂਦ ਆ ਉਹਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ। ਸਰ ਕੀ ਨਾਮ ਆ ਜੀ ਤੁਹਾਡਾ? ਹਰਭਜਨ ਸਿੰਘ ਜੀ। ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਬਜ਼ੀ ਮੰਡੀ ਜਾਂਦੇ? ਸਾਨੂੰ ਹੋ ਗਏ 2 ਸਾਲ। 2 ਸਾਲ ਹੋ ਗਏ। ਕਿੰਨੇ ਦੀ ਪਰਚੀ ਕੱਟੀ ਜਾਂਦੀ ਤੁਹਾਡੀ ਦੀ? 20 ਰੁਪਏ ਦੀ। 20 ਰੁਪਏ। ਪਰ ਜੇ ਗੱਲ ਕਰੀਏ ਮੋਟਰਸਾਈਕਲ ਦੀ ਤਾਂ ਪਰਚੀ ਨਹੀਂ ਲੱਗਦੀ। ਨਹੀਂ ਹੁਣ ਇਹਨਾਂ ਨੂੰ ਪਤਾ ਹੋਊਗਾ ਜਾਂ ਤੁਹਾਨੂੰ ਕਿੰਨਾ ਪਤਾ। ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦੇ ਤੇ ਤੁਸੀਂ ਪਰਚੀ ਕਟਾਉਂਦੇ ਪਏ? ਉਹਦਾ 2 ਸਾਲ ਤਾਂ ਹੋ ਗਏ, ਪਹਿਲਾਂ ਤਾਂ 2 ਥੋੜੀ। ਸਾਲ ਤੋਂ ਮਤਲਬ ਤੁਹਾਡੇ ਤੋਂ ਇਹ ਪੈਸੇ ਕੱਟਦੇ ਹੀ ਪਏ ਆ, ਹੁਣ ਵੀ ਕੱਟਦੇ ਪਏ ਆ? ਹਾਂਜੀ ਹਾਂਜੀ। ਪਰ ਉੱਥੇ ਹੀ ਭਾਜੀ ਜੇ ਗੱਲ ਕਰੀਏ ਮੋਟਰਸਾਈਕਲ ਜੇ ਇੱਕ ਕਮਰਸ਼ੀਅਲ ਜਿਹੜੀ ਆ ਗੱਡੀ ਹੈ ਤੇ ਮਤਲਬ ਤੁਸੀਂ ਸਮਾਨ ਢੋਣ ਵਾਸਤੇ ਨਹੀਂ ਹੈਗੀ ਇਹ, ਤੁਸੀਂ ਵੀ ਉਹ ਚੀਜ਼ ਗਲਤ ਕਰਦੇ ਹੋ ਨਾ। ਪਰ ਇਹ ਗਲਤ ਤਾਂ ਕਰਦੇ, ਹੁਣ ਇਹ ਢਿੱਡ ਭਰਨ ਵਾਸਤੇ ਕੁਛ ਤਾਂ ਕਰਨਾ ਹੀ ਪਊ। ਠੀਕ ਹੈ, ਰੋਟੀ ਦਾ ਮਸਲਾ, ਜੇ ਰੋਟੀ ਖਾਣੀ ਕਿਹੜੇ ਹਿਸਾਬ ਨਾਲ। ਪਰ ਵੈਸੇ ਇਹਦੇ ਪੈਸੇ ਬਣਦੇ ਨਹੀਂ, ਤੁਹਾਡੇ ਤੋਂ ਹਮੇਸ਼ਾ ਲੈਂਦੇ ਆ। ਹਾਂਜੀ। ਕੌਣ ਲੈਂਦਾ ਤੁਹਾਡੇ ਤੋਂ ਪੈਸੇ? ਆ ਖੜੇ ਆ ਦੇਖ ਲਓ। ਕਿਹੜਾ ਮੁੱਛਾਂ ਵਾਲਾ ਉਹ ਢਿੱਡਲ ਕੌਣ ਲੈਂਦਾ? ਸਾਰੇ ਲੈਂਦੇ, ਜਿਹੜਾ ਵੀ ਇਸ ਮੌਕੇ ਟੱਕਰ ਜਾਵੇ ਜਾਂ ਉੱਧਰ ਟੱਕਰ ਜਾਵੇ ਸਭ ਲੈਂਦੇ ਆ। ਇਹ ਪੈਸੇ ਲੈਂਦੇ ਹੀ ਲੈਂਦੇ ਤੁਹਾਡੇ? ਹਾਂਜੀ। ਗੱਲਬਾਤ ਕਰ ਲੈਂਦੇ ਭਾਜੀ, ਆਈਓ ਮਾੜਾ ਜਿਹਾ ਇੱਧਰ। ਭਾਜੀ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ, ਮੁੱਛਾਂ ਬੜੀਆਂ ਸੋਹਣੀਆਂ ਰੱਖੀ। ਕੋਈ ਗੱਲ ਨਹੀਂ। ਮੈਨੂੰ ਇਹ ਦੱਸੋ ਭਾਜੀ, ਕਮਰਸ਼ੀਅਲ ਜਿਹੜੀ ਆ ਬਾਈਕ ਦੀ ਵੈਸੇ ਪਰਚੀ ਲਾਦੀ ਫੇਰ ਵੀ ਤੁਸੀਂ ਇਹਨਾਂ ਦੀ ਪਰਚੀ ਕੱਟਦੇ ਹੋ? ਭਾਈ ਕਮਰਸ਼ੀਅਲ ਵੇਚਣ ਲਈ ਜਿਹੜੇ ਲੈ ਕੇ ਜਾਂਦੇ ਉਹਨਾਂ ਦੀ ਪਰਚੀ ਲੱਗਦੀ ਆ, ਜਿਹੜਾ ਘਰੇਲੂ ਲੈ ਕੇ ਜਾ ਰਿਹਾ ਉਹਦੀ ਨਹੀਂ ਪਰਚੀ ਲੱਗਦੀ। ਠੀਕ ਹੈ ਜੀ। ਪਰ ਭਾਜੀ ਬਾਈਕ ਦੀ ਪਰਚੀ ਹੈ ਹੀ ਨਹੀਂ ਨਾ। ਭਾਜੀ ਜੀ ਆਪਾਂ ਮੇਰੀ ਗੱਲ ਸੁਣੋ, ਜਦੋਂ ਟੈਂਡਰ ਪਾਸ ਹੁੰਦਾ ਆ ਉਹਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਹੁੰਦੀਆਂ, ਉਹਦੇ ਵਿੱਚ ਆਹ ਚੀਜ਼ ਲਿਖੀ ਹੋਈ ਹੈ ਕਿ ਬਾਈਕ ਦੀ ਪਰਚੀ 2 ਵੀਲਰ ਦੀ ਨਹੀਂ ਲੱਗੂਗੀ। ਸਾਹਮਣੇ ਤੁਹਾਡੇ ਬੋਰਡ ਵੀ ਲੱਗਾ ਹੋਇਆ, ਉੱਥੇ ਵੀ ਲਿਖਿਆ ਹੋਇਆ ਕਿ 2 ਵੀਲਰ ਦੀ ਪਰਚੀ ਨਹੀਂ ਲੱਗੇਗੀ। ਅਗਰ ਇਹ ਬਾਈਕ ਆ, ਇਹ ਘਰੇਲੂ ਲਈ ਆ, ਇਹ ਸਮਾਨ ਖਰੀਦਣ ਵੇਚਣ ਲਈ ਨਹੀਂ ਹੈਗਾ। ਠੀਕ ਹੈ ਨਾ। ਇਹ ਘਰੇਲੂ ਕਮਰਸ਼ੀਅਲ ਮਾਲ ਲੈ ਕੇ ਜਾ ਕੇ ਵੇਚਦੇ ਆ। ਦੇਖੋ ਕਿੰਨਾ ਮਾਲ ਲੱਦਿਆ, ਇੱਕ ਆਟੋ ਜਿੰਨਾ ਮਾਲ ਲੱਦਿਆ ਹੋਏ ਨੇ। ਠੀਕ ਆ, ਤੇ ਸਾਡੀ ਪਰਚੀ ਲਾਉਣ ਰੱਖਿਆ ਹੈਗਾ ਕਿ ਨਹੀਂ ਹੈਗਾ। ਜੇ ਇਦਾਂ ਦੀ ਗੱਲ ਆ ਭਾਜੀ, ਫਿਰ ਆਹ ਚੀਜ਼ ਤੁਸੀਂ ਮੰਡੀ ਬੋਰਡ ਦੇ ਨਾਲ ਗੱਲ ਕਰੋ ਨਾ ਕਿ ਸਰ ਮੋਟਰਸਾਈਕਲ ਵੀ ਆਹ ਚੀਜ਼ ਕਰਦੇ ਪਏ ਤੇ ਸਾਨੂੰ ਆਹ ਚੀਜ਼ ਕਰਕੇ ਦਿਓ, ਕਿਉਂਕਿ ਸਾਨੂੰ ਤਾਂ ਫਿਰ ਇਦਾਂ ਘਾਟਾ ਪੈ ਰਿਹਾ। ਮਹਾਰਾਜ ਜੀ ਕਮਰਸ਼ੀਅਲ ਹੁਣ ਮੰਡੀ ਬੋਰਡ ਨਾਲ ਗੱਲ ਕਰਦੇ ਹਾਂ, ਕੋਈ ਗੱਲ ਨਹੀਂ।
ਕੋਈ ਨਹੀਂ ਪਾਸ ਕਰਾ ਲਾਂਗੇ ਜੀ, ਹੋ ਜੂਗੀ ਗੱਲ। ਫਿਲਹਾਲ ਇਹਨਾਂ ਦੀ ਪਰਚੀ ਨਹੀਂ ਬਣਦੀ। ਨਹੀਂ ਬਣਦੀ ਕਿਉਂ ਨਹੀਂ ਮਹਾਰਾਜ? ਨਹੀਂ ਬਣਦੀ। ਅਸੀਂ ਲਾਈਏ ਕਿਉਂ ਨਾ ਲਾਈਏ? ਨਹੀਂ ਬਣਦੀ ਮਹਾਰਾਜ ਫਿਰ ਅਸੀਂ ਇਹਦਾ ਭਾਜੀ, ਬਗੈਰ ਪੈਸੇ ਦਿੱਤੇ ਜਾਓ। ਠੀਕ ਹੈ ਤੁਹਾਡੀ ਪਰਚੀ ਨਹੀਂ ਬਣਦੀ। ਮੋਟਰਸਾਈਕਲ ਦੀ ਪਰਚੀ ਬਣਦੀ ਨਹੀਂ ਭਾਜੀ, ਤੁਸੀਂ ਲੈ ਹੀ ਨਹੀਂ ਸਕਦੇ। ਭਾਜੀ ਫਿਰ ਇੰਨਾ ਸਮਾਨ ਵੀਰੇ ਹੁਣ ਰੋਕਦੀ ਹੈ, ਫਿਰ ਕੀ ਕਰੀਏ? ਹਾਂ, ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ, ਪਰ ਤੁਹਾਨੂੰ ਮੰਡੀ ਬੋਰਡ ਦੇ ਨਾਲ ਗੱਲ ਕਰਨੀ ਪੈਣੀ। ਕਿੰਨੇ ਘੱਟੋ ਘੱਟ ਕਿੰਨੇ ਬੰਦੇ ਲੰਘਦੇ ਆ, ਇੰਨਾ ਸਮਾਨ ਲੱਗ ਜਾਂਦੇ, ਫਿਰ ਅਸੀਂ ਕਿੱਥੇ? ਇਹ ਗੱਲ ਮੰਡੀ ਬੋਰਡ ਨਾਲ ਕਰੋ ਨਾ। ਠੀਕ ਆ ਮਹਾਰਾਜ, ਕੋਈ ਨਹੀਂ ਮੰਡੀ ਬੋਰਡ ਨਾਲ। ਇਹ ਗੱਲ ਤੁਸੀਂ ਮੰਡੀ ਬੋਰਡ ਨਾਲ ਕਰ ਸਕਦੇ। ਤੁਸੀਂ ਉਹਨਾਂ ਨੂੰ ਕਹੋ ਮੰਡੀ ਬੋਰਡ ਨੂੰ ਆਹ ਚੀਜ਼ ਦੱਸੋ ਕਿ ਜਿਹੜੇ ਮੋਟਰਸਾਈਕਲ ਆ ਉਹਦੇ ਉੱਤੇ ਵੀ ਇਦਾਂ ਸਮਾਨ ਜਿਹੜਾ ਲੱਦ ਕੇ ਲੈ ਕੇ ਜਾ ਰਹੇ ਉਹਦੇ ਵਿੱਚ ਸਾਡਾ ਨੁਕਸਾਨ ਹੋ ਰਿਹਾ, ਜਾਂ ਤਾਂ ਸਾਡਾ ਟੈਂਡਰ ਸਸਤਾ ਕਰ ਦਿਓ, ਤੇ ਜੇ ਟੈਂਡਰ ਦੇ ਉਨੇ ਪੈਸੇ ਲੈਣੇ ਆ ਫਿਰ ਸਾਨੂੰ ਪੂਰੀ ਸਹੂਲਤਾਂ ਵੀ। ਮਹਾਰਾਜ ਸਾਨੂੰ ਘਾਟਾ ਜਾ ਰਿਹਾ ਟੈਂਡਰ ਦਾ ਸਾਡੇ ਮਾਲਕਾਂ ਨੂੰ, ਤੇ ਅਸੀਂ ਕਿੱਥੋਂ ਪੂਰੇ ਕਰਨੇ? ਇੱਥੋਂ ਮੰਡੀ 'ਚ ਪੂਰੇ ਕਰਨੇ ਮਹਾਰਾਜ। ਠੀਕ ਹੈ ਨਾ? ਫਿਲਹਾਲ ਨਾਲੇ ਪੁਰਾਣੇ ਰੇਟ ਆ ਜੀ, ਅਸੀਂ ਕੁਝ ਰੇਟ ਲੈ ਹੀ ਨਹੀਂ ਰਹੇ ਪਹਿਲੇ। ਇਹ ਚੀਜ਼ਾਂ ਜਿਹੜੀਆਂ ਵਾ ਤੁਹਾਨੂੰ ਟੈਂਡਰ ਲੈਣ ਤੋਂ ਪਹਿਲੇ ਵੀ ਸੋਚਣੀਆਂ ਚਾਹੀਦੀਆਂ ਸੀਗੀਆਂ, ਜਾਂ ਤੁਹਾਨੂੰ ਉਦੋਂ ਮੰਡੀ ਬੋਰਡ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਹੁਣ ਆਮ ਪਬਲਿਕ ਨੂੰ ਜਿਹੜੇ ਰੂਲ ਜਿਹੜੇ ਰੈਗੂਲੇਸ਼ਨ ਜਿਹੜੀ ਹੈਗੀ ਆਪਾਂ ਤਾਂ ਉਹਨੂੰ ਹੀ ਫੋਲੋ ਕਰ ਸਕਦੇ ਹਾਂ ਨਾ। ਉਹ ਤਾਂ ਗੱਲ ਤੁਹਾਡੀ ਠੀਕ ਹੈ ਮਹਾਰਾਜ, ਪਰ ਸਾਨੂੰ ਤਾਂ ਇਸ ਚੀਜ਼ ਦਾ ਘਾਟਾ ਹੋ ਰਿਹਾ ਨਾ। ਜੇ ਇੱਕ ਬੰਦਾ ਮਰ ਜਾਂਦਾ ਹੈ ਉਹ ਤੇ 302 ਲੱਗਣੀ ਆ, 25 ਤਾਂ ਲਾ ਨਹੀਂ ਸਕਦੇ। ਬਿਲਕੁਲ ਜੀ, ਬਿਲਕੁਲ ਨਹੀਂ ਲਾ ਸਕਦੇ। ਇਦਾਂ ਹੀ ਜਿਹੜੇ ਜਦੋਂ ਤੁਸੀਂ ਆਪਣਾ ਜਦੋਂ ਟੈਂਡਰ ਲਿੱਤਾ ਵਾ ਉਹ 'ਚ ਜਿਹੜੇ ਕਾਨੂੰਨ ਲਿਖਿਆ, ਜੋ ਰੂਲ ਰੈਗੂਲੇਸ਼ਨ ਹੈਗੀ, ਆਪਾਂ ਉਹਨੂੰ ਹੀ ਫੋਲੋ ਕਰ ਸਕਦੇ ਨਾ, ਆਪਣੇ ਵੱਲੋਂ ਬਣਾ ਨਹੀਂ ਸਕਦੇ। ਇਹ ਗੱਲ ਸਹੀ ਆ ਵੀਰੇ, ਪਰ ਦੇਖੋ ਤੁਸੀਂ ਆਪ ਹੀ ਉੱਧਰ ਵੀ ਦੇਖੋ ਨਾ ਕਿੰਨਾ ਇਹ ਚੀਜ਼ ਗਲਤ ਹੈ। ਅਸੀਂ ਪਹਿਲਾਂ ਹੀ ਉਹਨਾਂ ਦੇ ਨਾਲ ਵੀ ਗੱਲ ਕੀਤੀ ਹੈ ਕਿ ਇਹ ਚੀਜ਼ ਗਲਤ ਹੈ। ਤੁਸੀਂ ਬਾਈਕ ਦਾ ਇਸਤੇਮਾਲ ਆ ਚੀਜ਼ਾਂ ਨਾਲ ਨਹੀਂ ਕਰ ਸਕਦੇ। ਤੁਸੀਂ ਕਹੀ ਜਾਂਦੇ ਉਹਨਾਂ ਨਾਲ ਵੀ ਗੱਲ ਕਰੋ ਨਾ ਵੀ ਟੂ ਵੀਲਰ ਤੇ ਕਿਉਂ ਢੋਂਦੇ ਫਿਰ ਇੰਨਾ ਮਾਲ, ਇੱਕ ਆਟੋ ਜਿੰਨਾ ਮਾਲ ਆ। ਸਰ ਇੱਕ ਮਿੰਟ, ਇਹ ਕਹਿੰਦੇ ਹੈਗੇ ਕਿ ਇਹਦੇ ਤੇ ਨਹੀਂ ਲੱਗਣਾ ਚਾਹੀਦਾ, ਓਕੇ, ਲੇਕਿਨ ਮੋਟਰਸਾਈਕਲਾਂ ਤੇ ਐਕਟਿਵਾ ਸਵਾਰੀ ਢੋਣ ਵਾਸਤੇ ਹੈਗੀਆਂ। ਇਹ ਅੰਦਰ ਰਿਕਸ਼ੇ ਤੇ ਜਾਂ ਆਟੋ ਤੇ ਲੈ ਕੇ ਜਾਣਗੇ, ਸਾਡੀ ਫੀਸ ਮਾਰਦੇ ਹੈਗੇ, ਇੱਕ ਤੇ ਆਪਣੇ ਢੋਕੇ ਲੈ ਜਾਂਦੇ ਹੈਗੇ, ਕਰਦੇ ਇਹ ਧੰਦਾ ਹੈਗੇ। 25 ਸਾਲ ਪੁਰਾਣੇ 15 ਸਾਲ ਪੁਰਾਣੇ ਰੇਟ ਹੈਗੇ। ਫਿਰ ਵਿਚਾਰਗੀ ਚ ਆ ਜਾਂਦੇ ਹੈਗੇ ਕਿ ਮੋਟਰਸਾਈਕਲ ਵਾਲਿਆਂ ਕੋਲੋਂ ਮੋਟਰਸਾਈਕਲ ਤੇ ਸਵਾਰੀ ਬਿਠਾ 2-2 ਹਜ਼ਾਰ ਦਾ, ਕਈ ਬੰਦੇ 8-8 ਹਜ਼ਾਰ ਦਾ ਸਮਾਨ ਲੋਡ ਕਰਕੇ ਲੈ ਜਾਂਦੇ ਹੈਗੇ। ਉਹਦੇ ਸਾਡੇ ਨਾਲ ਧੱਕਾ ਹੈਗਾ, ਜੀਪ ਤੇ ਲੈ ਜਾਣਗੇ, ਸਾਡਾ 50 ਰੁਪਏ ਕਿਰਾਇਆ ਟੁੱਟਦਾ ਹੈਗਾ, ਤੇ ਇਹਨਾਂ ਕੋਲੋਂ 20 ਮੰਗਦੇ, ਕਹਿੰਦੇ 20 ਜ਼ਿਆਦਾ ਹੈਗੇ। ਆਪਾਂ ਕਿਸ ਘਰ ਜਾਈਏ? ਆਪਾਂ ਤੁਹਾਡੀ ਇਹ ਸਾਰੀ ਗੱਲ ਤੋਂ ਮੈਂ ਐਗਰੀ ਆ, ਪਰ ਕਿਤੇ ਨਾ ਕਿਤੇ ਇਹ ਚੀਜ਼ ਤੁਹਾਨੂੰ ਮੰਡੀ ਬੋਰਡ ਨਾਲ ਪਹਿਲੇ ਡਿਸਕਸ ਕਰ ਲੈਣੀ ਚਾਹੀਦੀ ਸੀ। ਮੰਡੀ ਬੋਰਡ ਨੇ ਐ ਨਹੀਂ ਕਿਹਾ ਇਹਨਾਂ ਨੂੰ ਕੋਈ ਕਮਰਸ਼ੀਅਲ ਵਹੀਕਲ ਨੂੰ ਛੱਡ ਕੇ ਤੁਸੀਂ ਪ੍ਰਾਈਵੇਟ ਵਹੀਕਲ ਤੇ ਆਪਣਾ ਧੰਦਾ ਕਰੋ। ਜੇ ਇਹ ਕਰ ਰਹੇ ਹੈਗੇ ਤੇ ਆਪਾਂ ਕੁਝ ਕਹਿ ਰਹੇ ਹੈਗੇ ਆ, ਤੇ ਇਹਦੇ ਇੰਨਾ ਖਰਚਾ ਕਿੰਨਾ ਚਲਾਈਏ? ਇਹ ਚੀਜ਼ ਤੁਹਾਨੂੰ ਮੰਡੀ ਬੋਰਡ ਨੂੰ ਦੱਸਣੀ ਚਾਹੀਦੀ ਨਾ, ਮੰਡੀ ਬੋਰਡ ਦੇ ਸੈਕਟਰ ਨੂੰ ਤੁਹਾਨੂੰ ਦੱਸਣੀ ਚਾਹੀਦੀ। ਇੰਨੇ ਤੁਸੀਂ ਲੱਖਾਂ ਦਾ ਜੇ ਟੈਂਡਰ ਲੈਂਦੇ ਹੋ। ਸਰ ਪਬਲਿਕ ਰੂਲ ਬ੍ਰੇਕ ਕਰ ਰਹੀ ਹੈਗੀ ਤੇ ਆਪਾਂ ਉਹਦੇ ਐਵਜ ਵਿੱਚ ਸਾਰੇ ਦਿੰਦੇ ਹੈਗੇ। ਸਰ ਜੇ ਇੱਕ ਗਲਤੀ ਕਰ ਰਹੇ ਤਾਂ ਬਲ ਤੁਸੀਂ ਵੀ ਕਰਨੀ ਆ। ਮਤਲਬ ਜੇ ਇੱਕ ਬੰਦਾ ਕਤਲ ਕਰ ਲੇ ਤੁਸੀਂ ਵੀ ਨਾਲ। ਕੈਮਰਾ ਘੁਮਾਤਾ ਹੋਇਆ, ਦਿਖਾ ਦਿਓ ਯਾਰ, ਦਿਖਾਓ ਇੱਕ ਵਾਰੀ। ਇਹ ਥੋੜਾ ਘਰ ਲੈ ਜਾਣ 10-15-20 ਕਿਲੋ ਦੁਨੀਆ ਲੈ ਕੇ ਜਾਂਦੀ, ਆਪਾਂ ਕਦੀ ਨਹੀਂ ਡੱਕਿਆ ਹੈਗਾ, ਲੈ ਜਾਓ। ਲੇਕਿਨ ਜੇ ਕਮਰਸ਼ੀਅਲ ਯੂਜ਼ ਕਰਨਗੇ ਤੇ 10-5 ਦੀ ਜਿਹੜੀ ਪਰਚੀ ਹੈਗੀ ਉਹ ਤੇ ਜਿਹੜੀ ਜਾਇਜ਼ ਹੈਗੀ ਉਹ ਤੇ ਬਣਦੀ ਹੈਗੀ। ਸਰ ਬਣਦੀ ਹੈ, ਪਰ ਇਹ ਮੰਡੀ ਬੋਰਡ ਦੇ ਨਾਲ ਗੱਲਬਾਤ ਕਰੋ, ਤੁਸੀਂ ਉਦਾਂ ਨਹੀਂ ਕਰ ਸਕਦੇ। ਫਿਲਹਾਲ ਤੁਸੀਂ ਜਾਓ ਭਾਜੀ ਮੰਡੀ ਬੋਰਡ ਵਾਲੇ ਨੂੰ, ਭਾਜੀ ਸੈਕਟਰੀ ਨੂੰ ਫਿਰ ਇਹ ਕੰਪਲੇਂਟ ਕਰਨ ਨਾ ਸਾਡੀ ਪਰਚੀ ਕੱਟਦੀ ਹੈਗੀ। ਤੇ ਇੱਕ ਗੱਲ ਦੱਸੋ ਨਾ, ਮੰਡੀ ਬੋਰਡ ਵਾਲਾ ਸਾਰਾ ਠੀਕ ਹੈ, ਲੇਕਿਨ ਇਹ ਰੂਲ ਜਿਹੜੇ ਬਾਹਰ ਦੀ ਪਬਲਿਕ ਬ੍ਰੇਕ ਕਰ ਰਹੀ ਹੈ, ਛੋਟੀ ਗੱਲਾਂ ਵਾਸਤੇ ਸੈਕਟਰੀ ਕੋਲ ਕਿਹਦਾ ਜਾਈਏ? ਹੁਣ ਇਹ ਤੇ ਥੋੜਾ ਜਿਹਾ ਸਮਾਨ ਸੀਗਾ, ਹੁਣ ਮੈਂ ਐਕਟਿਵਾ ਵੀ ਖਾਵਾਂਗਾ, 8-8 ਹਜ਼ਾਰ ਦਾ ਸਮਾਨ ਲੋਡ ਹੈਗਾ, ਤੇ 10 ਰੁਪਏ 15 ਰੁਪਏ ਪਰਚੀ ਮੰਗਦੇ ਆ, ਤੇ ਆਟੋ ਤੇ ਲੈ ਜਾਓ। ਕਿਉਂਕਿ ਜਿਹੜਾ ਸਰ ਇਹ ਸਮਾਨ ਆ, ਹੋ ਸਕਦਾ ਕਿਸੇ ਦੇ ਘਰ ਦੇ ਵਿੱਚ ਕੋਈ ਫੰਕਸ਼ਨ ਹੋਵੇ, ਕੋਈ ਪਾਰਟ ਹੋਵੇ, ਉਹ ਵੀ ਬੰਦਾ ਜਦੋਂ ਉਹਦੇ ਕੋਲ ਮੋਟਰਸਾਈਕਲ ਆ ਤੇ ਉਹ ਮੋਟਰਸਾਈਕਲ ਤੇ ਸਾਰਾ ਸਮਾਨ ਲੈ ਕੇ ਜਾਏ। ਕੀ ਹੈਗਾ, ਇਹ ਇੰਡੀਅਨ ਮੈਂਟੈਲਿਟੀ ਐਦਾਂ ਦੀ ਹੈਗੀ, ਜਿੰਨਾ ਮਰਜ਼ੀ ਹੋ ਜਾਏ, ਟਰੱਕ ਡਰਾਈਵਰ ਚ ਵਿਚਾਰਾ ਸ਼ਰੀਫ ਹੋਏ, ਟੱਕਰ ਵੱਜ ਗਈ ਕਿਸੇ ਦੀ, ਟਰੱਕ ਡਰਾਈਵਰ ਗਲਤੀ ਹੋਏਗਾ। ਐਦਾਂ ਹੀ ਇਹ ਠੇਕੇਦਾਰੀ ਦੀ ਪ੍ਰਥਾ ਬਦਨਾਮ ਕੀਤੀ ਹੈਗੀ ਤੁਸੀਂ ਕਿ ਠੇਕੇਦਾਰ ਦੇ ਕਰਿੰਦੇ ਗੁੰਡੇ 60 ਲੱਖ ਰੁਪਏ ਦੇ ਕੇ ਸਰਕਾਰ ਨੇ ਲਾਇਸੈਂਸ ਦਿੱਤਾ ਹੈਗਾ। ਹੁਣ ਇੱਕ ਪਬਲਿਕ ਦਾ ਬੰਦਾ ਸਾਡੇ ਨਾਲ ਧੱਕਾ ਕਰ ਰਿਹਾ ਹੈਗਾ, ਆਟੋ ਤੇ ਲੈ ਕੇ ਜਾਏਗਾ, 50 ਰੁਪਏ ਕਿਰਾਇਆ, ਸਕੂਟਰੀ ਤੇ ਲੋਡ ਕਰ ਲੈਂਦੇ ਹੈਗੇ, 10-10 20-20 ਹਜ਼ਾਰ ਦਾ ਸਮਾਨ। ਆਪਾਂ ਕਿਸ ਘਰ ਜਾਈਏ? ਇਹ ਦੱਸੋ। ਸਾਰੇ ਠੇਕੇਦਾਰੀ ਖਰਾਬ ਥੋੜੀ ਹੁੰਦੇ, ਪਬਲਿਕ ਵੀ ਖਰਾਬ ਹੋ ਸਕਦੀ ਹੈਗੀ। ਸਿਰਫ ਪਬਲਿਕ ਦੇ ਅੰਦਰ ਆਪਣਾ ਨਿਊਜ਼ ਚੈਨਲ ਬਣਾਉਣ ਵਾਸਤੇ, ਆਪਣਾ ਰੇਟ ਬਣਾਉਣ ਵਾਸਤੇ ਤੁਸੀਂ ਠੇਕੇਦਾਰਾਂ ਨੂੰ ਹਮੇਸ਼ਾ ਗਲਤ ਨਹੀਂ ਬਿਠਾ ਸਕਦੇ। ਇਹ 18 ਸਾਲ ਪੁਰਾਣੇ ਰੇਟ ਹੈ 15 ਰੁਪਏ ਦੇ, ਹਜੇ ਵੀ ਚੱਲੀ ਜਾਂਦੇ। 18 ਸਾਲ ਪਹਿਲੇ 10-12 ਲੱਖ ਦਾ ਟੈਂਡਰ ਹੁੰਦਾ ਸੀਗਾ, ਹੁਣ 60-60 ਲੱਖ ਰੁਪਏ ਦਾ ਟੈਂਡਰ ਹੁੰਦਾ। ਰੇਟ ਰਿਵਾਈਜ਼ ਨਹੀਂ ਕਰਦੀ ਸਰਕਾਰ। ਸਾਰੀ ਜਗ੍ਹਾ ਕੋਈ ਠੇਕੇਦਾਰ ਗਲਤ ਥੋੜੀ ਹੈਗੇ ਭਾਈ। ਜਦੋਂ ਤੁਸੀਂ 60 ਲੱਖ ਰੁਪਏ ਦਾ ਟੈਂਡਰ ਲੈਂਦੇ ਹੋ, ਉਦੋਂ ਤੁਸੀਂ ਮੰਡੀ ਬੋਰਡ ਦੇ ਨਾਲ ਗੱਲਬਾਤ ਕਿਉਂ ਨਹੀਂ ਕਰਦੇ ਕਿ ਕਿ ਇੰਨੇ ਸਾਲ ਪੁਰਾਣੇ ਜਿਹੜੇ ਤੁਸੀਂ ਰੇਟ ਰੱਖੇ ਆ, ਹੁਣ ਹਰ ਇੱਕ ਚੀਜ਼ ਦੀ ਮਹਿੰਗਾਈ ਹੋ ਗਈ ਆ, ਜਾਂ ਸਾਨੂੰ ਵੀ ਰੇਟ ਵਧਾ ਦਿੱਤਾ ਜਾਵੇ, ਜਾਂ ਸਾਡੇ ਟੈਂਡਰ ਦਾ ਰੇਟ ਘੱਟ ਕੀਤਾ ਜਾਵੇ। ਕਿਉਂਕਿ ਦੇਖੋ, ਜੇ ਠੇਕੇਦਾਰ ਇੰਨੇ ਮਹਿੰਗੇ ਟੈਂਡਰ ਲੈਂਦੇ ਆ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਪਤਾ ਵਾ ਕਿ ਚਾਹੇ ਰੇਟ 15 ਰੁਪਏ, ਅਸੀਂ 50,000 ਰੁਪਏ ਲੈ ਕੇ ਕਾਲੀ ਕਮਾਈ ਵੀ ਤਾਂ ਕਰ ਰਹੇ ਆ। ਸਰ ਇੱਕ ਗੱਲ ਦੱਸੋ, ਕਾਲੀ ਕਮਾਈ, ਇਹਨੂੰ ਕਾਲੀ ਕਮਾਈ ਨਹੀਂ ਕਹਿ ਸਕਦੇ। ਜੇ ਕਾਲੀ ਕਮਾਈ ਹੋ ਰਹੀ ਹੈ ਤੇ ਉੱਥੇ ਤੇ ਗੁੰਡਾ ਰਾਜ ਹੋ ਰਿਹਾ ਹੈਗਾ। ਜਿਹੜੀ ਜੀਪ ਦੇ ਆਪਾਂ 25 ਰੁਪਏ ਕੱਟਦੇ ਆ, 30 ਰੁਪਏ ਕੱਟਦੇ ਆ, ਉੱਥੇ 100 ਰੁਪਏ ਰੇਟ ਹੈਗਾ ਜਲੰਧਰ ਮੰਡੀ। ਕੋਈ ਵੀ ਰੂਲ ਜੇ ਪੰਜਾਬ ਵਾਸਤੇ ਬਣਾਇਆ, ਆਲ ਓਵਰ ਪੰਜਾਬ ਵਾਸਤੇ ਸੇਮ ਹੈਗਾ। ਉਹ ਸਿਰਫ ਇਹ ਨਹੀਂ ਕਿ ਫਗਵਾੜਾ ਮੰਡੀ ਵਾਸਤੇ, ਫਗਵਾੜਾ ਮੰਡੀ 15 ਰੁਪਏ ਦਾ ਰੇਟ ਹੈਗਾ, ਜਲੰਧਰ 50 ਰੁਪਏ ਦਾ ਰੇਟ ਹੈਗਾ। ਇਹ ਡਿਫਰੈਂਸ ਕੌਣ ਕੱਢੇਗਾ ਦੱਸੋ? ਤੁਸੀਂ ਦੇਖਿਆ ਹੋਣਾ, ਜੇ ਅਸੀਂ ਫਗਵਾੜਾ ਦੀ ਖਬਰ ਕੀਤੀ ਸੀ, ਜਲੰਧਰ ਦੀ ਵੀ ਕੀਤੀ, ਛੱਡੀ ਅਸੀਂ ਉਹ ਵੀ ਨਹੀਂ। ਲੇਕਿਨ ਉਹ ਹਜੇ ਵੀ ਉਹਨਾਂ ਦੇ ਬਾਜੀ ਜੀਪ ਦੇ 100 ਰੁਪਏ ਹੈਗੇ, ਤੇ ਇੱਥੇ ਸਾਡੇ ਬਾਅਦ ਉੱਥੇ ਹੀ ਚੱਲੇ ਆ। ਉੱਥੇ ਭਾਜੀ ਜਿੱਥੇ ਡਾਕਾ ਵਜ ਰਿਹਾ ਉੱਥੇ ਜਾਓ ਨਾ। ਇੱਥੇ ਤੇ ਸਾਡਾ ਕੋਈ ਸਕੂਟਰ ਵਾਲਾ ਸਾਨੂੰ ਧੱਕਾ ਕਰਕੇ ਜਾਏਗਾ, 50 ਰੁਪਏ ਸਾਡਾ ਕਿਰਾਇਆ ਮਾਰਦਾ, ਬਦਲੇ 10-15 ਰੁਪਏ ਦੀ ਪਰਚੀ ਕਟਾ ਕੇ ਜਾਂਦਾ। ਸਾਡੇ ਤੇ ਆਸਾਨ ਥੋੜੀ ਕਰ ਰਿਹਾ ਭਾਜੀ, ਉਹ ਵੀ ਤੇ ਧੰਦਾ ਕਰ ਰਿਹਾ ਹੈਗਾ। ਇਸ ਸੰਬੰਧ ਦੇ ਵਿੱਚ ਤੁਸੀਂ ਕਦੀ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੰਡੀ ਬੋਰਡ ਦੇ ਨਾਲ? ਛੋਟੇ ਮੈਟਰ ਹੈਗੇ, ਉਹਨਾਂ ਨੂੰ ਟਾਈਮ ਨਹੀਂ ਹੁੰਦਾ।
ਕੀ ਕਰੀਏ ਹੁਣ? ਸਕੂਟਰ ਵਾਲਾ ਜਿਹੜਾ 10,000 ਦੀ ਸਬਜ਼ੀ ਲੈ ਕੇ ਜਾ ਰਿਹਾ, ਸਾਨੂੰ ਮੰਡੀ ਬੋਰਡ ਦੇ ਕੋਲ ਪੈਸੇ ਲੈਣ ਦਾ ਟਾਈਮ ਜ਼ਰੂਰ ਹੈਗਾ ਵਾ ਜਿਹੜਾ ਟੈਂਡਰ ਪਾਸ ਹੋਇਆ, ਪਰ ਗੱਲ ਕਰਦਾ ਨਹੀਂ ਹੈਗਾ। ਛੋਟੀ ਗੱਲ ਆ, ਆਪਾਂ ਅੱਡਾ ਛੱਡ ਕੇ ਕਿੱਥੇ ਜਾਈਏ ਅੰਦਰ? ਦੱਸੋ ਤੁਸੀਂ। ਹਰ ਜਗ੍ਹਾ ਠੇਕੇਦਾਰ ਆ, ਠੇਕੇਦਾਰ ਦੇ ਕਰਿੰਦੇ ਗਲਤ ਨਹੀਂ ਹੋ ਸਕਦੇ, ਕਿਤੇ ਕਿਤੇ ਪਬਲਿਕ ਵੀ ਗਲਤ ਹੁੰਦੀ ਹੈ। ਲੇਕਿਨ ਪਬਲਿਕ ਆਪਣਾ ਝੰਡਾ ਉੱਤਾ ਕਰਨ ਵਾਸਤੇ ਤੁਹਾਡੇ ਵਰਗੇ ਭਰਾਵਾਂ ਦਾ ਸਹਾਰਾ ਲੈ ਲੈਂਦੀ ਹੈ, ਠੇਕੇਦਾਰ ਦੇ ਗੁੰਡੇ। ਲੋ ਜੀ ਹੋ ਗਿਆ ਸਿਆਪਾ, ਇਹ ਨਹੀਂ ਦੱਸਦਾ ਮੈਂ 20,000 ਦੀ ਸਬਜ਼ੀ ਲਿਜਾ ਰਿਹਾ ਹਾਂ। ਇਹਨੂੰ ਵੀ ਥੋੜਾ ਜਸਟੀਫਾਈ ਕਰੋ ਸਰ, ਹਰ ਜਗ੍ਹਾ ਠੇਕੇਦਾਰ ਨਹੀਂ ਗਲਤ ਹੋ ਸਕਦਾ। ਬਿਲਕੁਲ ਇਹ ਚੀਜ਼ ਜਿਹੜੀ ਹੈ ਪਬਲਿਕ ਦੀ ਵੀ ਗਲਤ ਹੈ, ਕਿਉਂਕਿ ਜੇ ਅਸੀਂ ਬਾਈਕ ਲਿੱਤੀ ਹੈ, ਅਸੀਂ ਬੈਠ ਕੇ ਕਿਤੇ ਜਾਣ ਲਈ ਲਿੱਤੀ ਹੈ, ਨਾ ਕਿ ਕੋਈ ਸਮਾਨ ਢੋਣ ਦੇ ਲਈ ਲਿੱਤੀ ਹੈ। ਹੁਣ ਸਾਲ ਪਹਿਲੇ 50 ਰੁਪਏ ਰੇੜੇ ਦਾ ਦੇ ਰਹੇ ਸੀਗੇ, ਹੁਣ 15 ਰੁਪਏ ਦਾ ਰੇੜਾ ਹੈਗਾ, ਤਾਂ ਵੀ ਇਹਨਾਂ ਨੂੰ ਦਿੱਕਤ ਹੈਗੀ। ਦੱਸੋ 25 ਸਾਲ ਪੁਰਾਣੇ ਰੇਟ ਲੈ ਰਹੇ ਹੈਗੇ। ਦੂਜੀ ਮੰਡੀਆਂ 'ਚ ਕਿਤੇ 50 ਹੈਗਾ, ਕਿਤੇ 60 ਵੀ ਹੈਗਾ। ਠੀਕ ਹੈ, ਇੱਥੇ ਟਰੱਕ ਦੇ ਜਿਹੜੇ 100 ਲੈਂਦੇ ਹੈਗੇ, ਜਲੰਧਰ ਮੰਡੀ ਉਹਦਾ 200 ਰੇਟ ਹੈਗਾ। ਹੋਰ ਲੁਧਿਆਣਾ ਚਲੇ ਜਾਓ, ਹੋਰ ਰੇਟ ਜ਼ਿਆਦਾ ਹੈਗੇ। ਇਹ ਛੋਟੀ ਮੰਡੀ 'ਚ ਫਸ ਗਏ ਹੈਗੇ, ਜ਼ਿਆਦਾ ਪੈਸੇ ਦੇ ਕੇ। ਆਪਾਂ ਤਾਂ ਬਿਲਕੁਲ ਜਾਇਜ਼ ਲੈ ਰਹੇ, ਜਿਹੜਾ ਤੁਸੀਂ ਬੋਰਡ ਲਗਾਇਆ ਉਹਦੇ ਹਿਸਾਬ ਨਾਲ ਲੈ ਰਹੇ ਹੈਗੇ। ਆਪਾਂ ਕੋਈ ਗਲਤ ਨਹੀਂ ਕਰ ਰਹੇ ਹੈਗੇ। ਚਲੋ ਸਾਡੀ ਫਿਲਹਾਲ ਇੱਕ ਹੀ ਟੈਂਪੂ ਵਾਲੇ ਨਾਲ ਗੱਲ ਹੋਈ, ਉਹਨੇ ਦੱਸਿਆ ਵਾ ਕਿ ਬਿਲਕੁਲ ਜਿਹੜੇ ਪੈਸੇ ਆ ਪਰਚੀ ਵਾਲੇ ਉਹੀ ਤੁਸੀਂ ਲਿੱਤੇ ਗਏ ਆ। ਮੋਟਰਸਾਈਕਲ ਦੇ ਹੈਗਾ ਰੇੜੇ ਵਾਲੇ ਦੇ ਕਿਸੇ ਦੇ 5 ਰਹਿ ਜਾਂਦੇ, ਉਹਨੂੰ ਸਾਈਨ ਕਰਕੇ ਦੇ ਦਿੰਦੇ ਆ ਪਿਛਲੇ ਪਰਚੀ ਤੇ ਲਿਖ ਕੇ, ਆ ਕੇ 5 ਲੈ ਜਾ ਬਾਬੂ। ਪਿਛਲੀ ਵਾਰ ਜੋ ਦੇਖਿਆ ਸੀਗਾ ਪਰਚੀ ਤੇ ਲਿਖਿਆ, ਅੱਜ ਅਸੀਂ ਇਸੇ ਕਰਕੇ ਆਏ ਹਾਂ, ਦੇਖੀਏ ਕਿ ਕਿੰਨੀਆਂ ਕੁ ਰੇੜੀਆਂ ਆਉਂਦੀਆਂ, ਤੁਸੀਂ ਪਰਚੀ ਤੇ ਕਿੰਨਾ ਕੁ ਲਿਖਿਆ ਹੋਇਆ। ਥੋੜੀ ਬਹੁਤ ਰਹਿੰਦੀਆਂ ਰੇੜੀਆਂ, 2-4 ਜਿਹੜੇ ਸਵੇਰੇ ਟਾਈਮ ਖੁੱਲਾ ਨਹੀਂ ਹੁੰਦਾ, ਫਿਰ ਤੇ ਸਾਡੇ ਕੋਲ ਕੈਸ਼ ਆ ਜਾਂਦਾ ਹੈਗਾ, ਫਿਰ ਦੇ ਦਿੰਦੇ ਆਪਾਂ। ਚਲੋ ਇਹ ਵੀ ਦੇਖ ਲੈਂਦੇ ਆ ਕਿ ਕਿੰਨੀਆਂ ਪਰਚੀਆਂ 'ਚ ਲਿਖਿਆ ਹੁੰਦਾ, ਕਿੰਨਾ ਨਹੀਂ, ਉਹ ਵੀ ਦੇਖ ਲੈਂਦੇ। ਹਾਂ ਵੈਰੀਫਾਈ। ਸੋ ਤੁਹਾਨੂੰ ਦੱਸ ਦਈਏ ਕਿ ਇਹ ਵੀ ਜਿਹੜੇ ਇੱਥੇ ਮੰਡੀ ਬੋਰਡ ਦੇ ਜਿਹੜੇ ਮੰਡੀ ਬੋਰਡ ਦੀ ਗੱਲ ਜੇ ਇੱਥੇ ਗੱਲ ਕਰੀਏ, ਜਿਹੜੇ ਮੰਡੀ ਬੋਰਡ ਦਾ ਜਿਨ੍ਹਾਂ ਨੂੰ ਠੇਕਾ ਦਿੱਤਾ ਹੈ, ਇਹ ਵੀ ਉਹਨਾਂ ਦੇ ਨਾਲ ਦੇ ਜਿਹੜੇ ਕਰਿੰਦੇ ਆ, ਜਿਨ੍ਹਾਂ ਨਾਲ ਸਾਰੀ ਗੱਲਬਾਤ ਹੋਈ, ਕਿਤੇ ਨਾ ਕਿਤੇ ਇਹਨਾਂ ਦੀ ਵੀ ਗੱਲ ਇਹ ਜਾਇਜ਼ ਹੈਗੀ ਹੈ ਕਿ ਜਿਹੜੇ 2 ਵੀਲਰ ਆ ਉਹਦੇ ਵਿੱਚ ਜਦੋਂ ਲੋਕੀ ਸਮਾਨ ਢੋ ਕੇ ਲੈ ਕੇ ਜਾਂਦੇ ਆ, ਤੇ ਇਹਨਾਂ ਦੇ ਵੀ ਪੈਸੇ ਮਰਦੇ ਆ, ਤੇ ਲੱਖਾਂ ਜਿਹੜੇ ਟੈਂਡਰ ਹੈ ਉਹ ਪੈਸੇ ਜਿਹੜੇ ਆ ਇਹ ਪੂਰੇ ਕਿਸ ਤਰ੍ਹਾਂ ਕਰਨਗੇ। ਪਰ ਫਿਰ ਵੀ ਦੇਖਦੇ ਆ, ਫਿਲਹਾਲ ਇਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਜਿਹੜੇ ਪੈਸੇ ਆ ਉਹ ਬਿਲਕੁਲ ਜਾਇਜ਼ ਲੈ ਰਹੇ ਆ, ਜੋ ਪੈਸੇ ਆ ਉਹੀ ਲੈ ਰਹੇ ਆ, ਪਰ ਜਿਹੜੇ 2 ਵੀਲਰ ਦੇ ਪੈਸੇ ਹੀ ਬਣਦੇ ਆ ਜੋ ਅਸੀਂ ਛੁਡਵਾ ਦਿੱਤੇ ਹੋਏ ਆ। ਸੋ ਗੱਲਬਾਤ ਇਹਨਾਂ ਦੇ ਨਾਲ ਵੀ ਕਰ ਲੈਂਦੇ ਆ, ਰੇੜੀ ਵਾਲਿਆਂ ਦੇ ਨਾਲ ਵੀ। ਕੀ ਨਾਮ ਹੈ ਭਾਜੀ ਤੁਹਾਡਾ? खड़ा भाई जी राजू। कितने पैसे की पर्ची काटी उन्होंने आपकी? 15 रुपए के गिरे। 15 रुपए की काटी। ਤੁਹਾਡੀ ਵੀ ਕੋਈ ਪਰਚੀ ਕੱਟੀ ਭਾਜੀ? 20 रुपए। ਭਾਜੀ ਸਾਈਕਲ ਦੀ ਵੀ ਪਰਚੀ ਹੈ? भाजी साइकिल की पर्ची नहीं बनती। 20 रुपए की दिया। कितनी बारी आप यहाँ पे आते हो? डेली आता हूँ। डेली 20 रुपए दे के जाते हो? हाँ जी। सो ਜਿਹੜੇ ਬੰਦੇ ਇੱਥੇ ਰੁਕ ਜਾਓ, ਜਿਹੜੇ ਬੰਦੇ ਗੱਲਬਾਤ ਸਾਡੇ ਨਾਲ ਕਰਦੇ ਪਏ ਸੀਗੇ ਉਹਨਾਂ ਨੇ ਵੀ ਇੱਕ ਮਿੰਟ ਸ਼ੁਭਮ ਜੀ ਆਈਓ ਜ਼ਰਾ। ਭਾਜੀ ਰੇੜੀਆ ਵਾਲਿਆਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਦੱਸਿਆ ਕਿ 15 ਰੁਪਏ ਦੀ ਪਰਚੀ ਆ ਜਿਹੜੀ ਉਹੀ ਰੇਟ ਲਗਾਇਆ, ਪਰ ਹੁਣ ਆ ਸਾਈਕਲ ਵਾਲੇ ਤੋਂ ਵੀ ਦੇਖੋ 20 ਰੁਪਏ ਲੈ ਲੇ। ਸਾਈਕਲ ਵਾਲਾ ਤਾਂ ਵੇਖੋ ਨਾ, ਕੈਮਰਾ ਕਰੋ, ਸਾਈਕਲ ਵਾਲਾ ਲੈ ਕੇ ਜਾ ਰਿਹਾ, ਕਿੰਨੇ ਹਜ਼ਾਰ ਦਾ ਸਮਾਨ ਹੈਗਾ। ਇਹ ਗਰੀਬ ਹੋ ਜਾਂਦੇ ਹੈਗੇ, ਇਹ ਜਾ ਕੇ ਰੇੜੀ ਤੇ 2-2 ਹਜ਼ਾਰ ਰੁਪਏ ਵੱਟਦੇ ਹੈਗੇ, ਇੱਥੇ ਕਲੇਸ਼ ਕਰਦੇ ਤੁਹਾਡੇ ਅੱਗੇ। ਇਹ ਕੀ ਕਰਦਾ ਹੈਗਾ? ਧੰਦਾ ਕਰਦਾ ਹੈਗਾ, ਤੇ ਇਹਨੂੰ 10 ਰੁਪਏ ਦੀ ਦਿੱਕਤ ਹੈਗੀ। ਆਹ ਵੇਖੋ ਸਰ ਜੀ, ਹਰ 10 ਭਾਜੀ ਮੇਰੀ ਗੱਲ ਸੁਣੋ ਸਰ, ਇਹ ਕੀ ਕਰ ਰਿਹਾ? ਸਾਈਕਲ ਚਲਾਉਣ ਵਾਸਤੇ ਕਿ ਸਮਾਨ ਢੋਣ ਵਾਸਤੇ? ਰੇੜੇ ਤੇ ਰੱਖੇ ਸਮਾਨ ਸਾਨੂੰ 15 ਰੁਪਏ ਮਿਲਣਗੇ। ਭਾਜੀ ਇਹਨੂੰ ਰੇੜਾ ਲੈ ਕੇ ਦੇ ਦਿਓ, ਜੇ ਇਹਦੇ ਕੋਲ ਨਹੀਂ ਹੈਗਾ ਤੇ ਕੀ ਕਰਿਓ ਬੰਦਾ? ਸਰ ਕਮਰਸ਼ੀਅਲ ਕੰਮ ਤੇ ਕਮਰਸ਼ੀਅਲ ਕੈਟਾਗਰੀ 'ਚ ਕਰੋਗੇ ਨਾ ਸਰ, ਤੁਸੀਂ ਫਿਰ ਕਰਦੇ ਹੈਗੇ ਹੋ। ਇਹ ਸਾਈਕਲ ਲੈ ਕੇ, ਸਾਈਕਲ ਸਕੂਟਰ ਚਲਾਉਣ ਵਾਸਤੇ ਹੈਗੇ, ਮੰਡੀ ਸਾਡੇ ਪੇਟ ਤੇ ਲੱਤ ਮਾਰਨ ਵਾਸਤੇ ਨਹੀਂ ਹੈਗੇ। ਮੈਂ ਸਰ ਇੰਨੀ ਗੱਲ ਕਹਿ ਰਿਹਾ ਕਿ ਹੁਣ ਤੁਹਾਡੇ ਕੋਲ ਰੇੜੀ ਹੈਗੀ? रेडी नहीं है। ਹੁਣ ਤੁਸੀਂ ਸਰ ਜਾਂ ਤਾਂ ਰੇੜੀ ਲੈ ਕੇ ਦਿਓ ਉਹਨੂੰ। ਜੀ ਆਪਾਂ ਵੀ ਗਰੀਬ ਆ, ਮੰਡੀ ਦੇ ਪੈਸੇ ਕਿੱਦਾਂ ਪੂਰਾ ਕਰਾਂਗੇ? 10 ਬੰਦੇ ਦੀ ਤਨਖਾਹਾਂ ਕਿੱਦਾਂ ਪੂਰੀ ਕਰਾਂਗੇ? ਰੋਟੀ ਦੇਣੀ ਪੈਂਦੀ ਹੈਗੀ ਇਹਨਾਂ ਨੂੰ। ਇਹ 2000 ਦਾ ਸਮਾਨ ਲੈ ਕੇ ਚੱਲਿਆ, ਇਹਨੂੰ ਇਹ ਨਹੀਂ ਵਿਕਦਾ। ਇਹ ਦੇਖੋ ਜੀ, ਕੈਮਰਾ ਕਰੋ, 36 ਮੇਲ ਦੀ ਸਬਜ਼ੀ ਪਈ ਹੈ ਇਹਦੇ ਅੰਦਰ, ਹੈ ਇਹਦੀ ਸਬਜ਼ੀ ਦੀ ਦੁਕਾਨ ਹੈਗੀ, ਤੇ ਸਾਨੂੰ ਫਿਰ ਅੱਗੇ ਕਰਦੇ ਹੈਗੇ। ਕਿੰਨੇ ਦੀ ਪਰਚੀ ਕੱਟੀ ਤੁਸੀਂ ਇਹਨਾਂ ਦੀ? आपने रेड़ा क्यों नहीं करा किराए पे? रेड़ा किराए पे क्यों नहीं करा? रेड़ा नहीं दिया, इसी से लेके चल जाता बचाने हूँ। के लिए ना, पैसे बचाने के लिए ना। नहीं, पैसे वाली बात कैसे लात मार सकते हैं? धंधा कर रहा तू भी जाके वो तो धंधा कर रहा, हम पैसे ना ले। सर ये गलत है, पब्लिक भी हर जगह सही नहीं। ਕਿੰਨੇ ਦੀ ਪਰਚੀ ਕੱਟੀ ਸਰ ਤੁਸੀਂ ਇਹਨਾਂ ਦੀ? कितने की पर्ची काटी है? ਕਿੰਨੇ ਦੀ ਗੱਡੀ ਦੱਸੋ ਯਾਰ। 20 रुपए। ਆਹ ਇੱਧਰ ਗੱਲ ਕਰੋ ਸਰ, ਸਾਈਕਲ ਦੀ 20 ਰੁਪਏ ਦੀ, ਰੇੜੀ ਦੀ 15 ਰੁਪਏ ਦੀ। ਸਕੂਟਰ ਸਾਰਿਆਂ ਦੀ 20 ਦੀ ਹੈਗੀ ਸਰ, ਜਿਹਦੇ ਕੋਲ 1000-2000 ਤੋਂ ਵੱਧ ਦਾ ਸਮਾਨ ਉਹਨਾਂ ਦੀ 20 ਦੀ ਪਰਚੀ ਹੈਗੀ। ਪਰ ਗੱਲ ਤਾਂ ਸਰ ਫਿਰ ਉੱਥੇ ਹੀ ਆ ਗਈ ਕਿ ਜਦੋਂ ਅਲਾਉਡ ਹੀ ਹੈ ਨਹੀਂ, ਆਪਾਂ 2 ਵੀਲਰ ਦੀ ਤਾਂ ਵੀ ਪਰਚੀ ਕੱਟੀ ਜਾਂਦੇ ਨੇ। ਸਰ ਅਲਾਉਡ ਤੇ ਇਹ ਵੀ ਨਹੀਂ ਹੈਗਾ, ਪਬਲਿਕ ਆਪਣੇ ਹੋਂਡਾ ਐਕਟਿਵਾ ਤੇ 30000 ਦੀ ਸਬਜ਼ੀ ਲੋਡ ਕਰਕੇ ਲੈ ਜਾ। ਸਰ ਇਹ ਦੇਖੋ ਨਾ, ਉਹਦੇ ਵਾਸਤੇ ਅੰਦਰ ਟੈਂਪੂ ਹੈਗੇ, ਰੇੜੀ ਹੈਗੀ, ਇਹਨਾਂ ਨੂੰ ਹਾਇਰ ਕਰੋ, ਉਹਦਾ ਕਿਰਾਇਆ ਭਰੋ, ਠੀਕ ਹੈ? ਆਪਣੇ ਵਹੀਕਲ 'ਚ ਲੈ ਜਾਂਦੇ, ਫਿਰ 10-5 ਵਾਸਤੇ ਠੇਕੇਦਾਰ ਬਦਨਾਮ ਹੋ ਜਾਂਦੇ ਸਰ ਜੀ। ਸਰ ਗੱਲ ਤਾਂ ਦੇਖੋ, ਇਹ ਤਾਂ ਫਿਰ ਉਹੀ ਗੱਲ ਆ ਗਈ, ਤੁਸੀਂ ਮੰਡੀ ਬੋਰਡ ਦੇ ਨਾਲ ਗੱਲ ਕਰਦੇ, ਤੁਸੀਂ ਇਹਨਾਂ ਦੇ ਨਾਲ ਨਹੀਂ ਨਾ ਇਹ ਚੀਜ਼ ਕਰ ਸਕਦੇ। ਇਹ ਸਰ ਹੀ ਸਪੋਜ਼ ਇਹਦਾ ਇਹ ਫਰਜ਼ ਹੈਗਾ ਤੇ ਲੈ ਕੇ ਜਾਵਾਂ ਸਰ। ਇਹ ਦੇਖੋ ਨਾ ਸਰ ਮੈਂ ਤੁਹਾਡੀ ਸਾਰੀ ਗੱਲ ਤੋਂ ਸਹਿਮਤ ਹਾਂ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜੇ ਕੋਈ ਬੰਦਾ ਗਰੀਬ ਹੈ, ਸਾਡੇ ਤੋਂ ਵੱਡਾ ਗਰੀਬ ਕੋਨਾ 10 ਬੰਦੇ ਦੀ ਤਨਖਾਹ ਦੇਣੀ ਹੈ, 60 ਲੱਖ ਰੁਪਏ ਉੱਥੇ ਨਹੀਂ ਪੂਰੇ। ਕਿੰਨੇ ਦਾ ਸਰ ਟੈਂਡਰ ਕਿੰਨੇ ਦਾ ਲਿੱਤਾ ਤੁਸੀਂ? 22 ਸਾਲ ਪੁਰਾਣੇ ਰੇਟ ਹੈਗੇ। ਉਦਾਂ ਸਰ ਟੈਂਡਰ ਕਿੰਨੇ ਦਾ ਲਿੱਤਾ? ਸਰ ਮੈਨੂੰ ਇਹ ਨਹੀਂ ਪਤਾ, 2007 ਦੇ ਅੰਦਰ ਵੀ ਰੇਟ 15 ਦਾ ਸੀਗਾ, ਹੁਣ 2023 ਚ ਵੀ 15 ਦਾ। ਅੰਦਾਜ਼ਾ ਲਗਾ ਲਓ ਸਰ ਕਿੰਨੇ ਲੱਖ ਰੁਪਏ ਦਾ ਟੈਂਡਰ ਹੋਣਾ ਹੈ। ਬੜਾ ਲਾਸ ਹੋ ਰਿਹਾ ਇੱਥੇ, 8000 ਰੁਪਏ ਰੋਜ਼ ਦਾ ਲਾਸ। ਉਹ ਚਲੋ ਮੰਨ ਕੇ ਟੈਂਡਰ ਕਿੰਨੇ ਦਾ ਲਿੱਤਾ ਸਰ, ਇਹ ਤਾਂ ਦੱਸੋ ਮਾੜਾ ਤੁਸੀਂ। ਉਹ ਟੈਂਡਰ ਦੀ ਅੰਦਰ ਦੀ ਗੱਲ ਹੈਗੀ, ਕਿਉਂ ਪੁੱਛਦੇ ਹੈਗੇ ਹੋ? ਤੁਸੀਂ ਆਪ ਦੇਖੋ ਨਾ ਸਰ, ਜੇ ਲੱਖਾਂ ਰੁਪਏ ਦਾ ਤੁਸੀਂ ਟੈਂਡਰ ਲੈ ਰਹੇ ਹੋ ਤੇ ਇੱਕ ਸਾਈਕਲ ਵਾਲਾ ਵਿਚਾਰਾ ਰੇੜੀ ਹੋਣ ਦੇ ਕੋਲ ਨਹੀਂ ਪੈਸੇ ਹੈਗੇ, ਕੀ ਕਰੇ? ਤੁਸੀਂ ਕਿੱਦਾਂ ਗਰੀਬ ਹੋ ਗਏ ਫਿਰ? ਸਿਰਫ ਵਿਚਾਰਗੀ ਰੇੜੀ ਵਾਲਿਆਂ ਵਾਸਤੇ ਨਹੀਂ, ਸਾਡੇ ਵਾਸਤੇ ਵੀ ਵਿਚਾਰਗੀ। ਵੇਖੋ ਨਾ ਸਾਡਾ ਲਾਸ ਕਿੱਥੇ ਕਿੱਥੇ ਹੋ ਰਿਹਾ, ਆਪਾਂ ਕਿਸ ਘਰ ਜਾਈਏ ਦੱਸੀਏ, ਕਿੱਥੇ ਜਾਈਏ? ਇਹਨੇ 3000 ਰੁਪਏ ਦੀ ਸਬਜ਼ੀ ਲੋਡ ਕੀਤੀ ਹੈਗੀ, ਇਹ ਵਿਚਾਰਾ ਹੋ ਗਿਆ। ਆਪਾਂ ਹੁਣ ਬਾਹਰ ਜਾ ਕੇ ਜੀਨਸ ਪਾ ਲੈਣਗੇ, ਮੰਡੀ ਦੇ ਅੰਦਰ ਆਉਣ ਵਾਸਤੇ ਨਾ ਪੱਟੀ ਕਮੀਜ਼ ਪਾ ਕੇ ਆਉਂਦੇ, ਆਪਾਂ ਗਰੀਬ ਹੈਗੇ ਆ। ਇਹ ਫਿਰ ਇਹ ਵੀ ਪਬਲਿਕ ਵੀ ਢਗੋਸਲਾ ਕਰਦੀ ਹੈ ਸਰ। ਸਰ ਹੁਣ ਤੁਸੀਂ ਜੇ ਆਇਓ ਕਿਹਦੇ ਤੇ ਆਇਓ?
ਮੈਂ ਕਹਿੰਦਾ ਤਾਂ ਮੈਂ ਤਾਂ ਪੈਦਲ ਹੀ ਆਇਆ, ਕੋਠੀ ਪਿੱਛੇ ਹੀ ਹੈਗੀ। ਮੇਰੇ ਹਿਸਾਬ ਨਾਲ ਤੁਸੀਂ ਬਾਈਕ ਤੇ ਆਏ ਹੋ। ਬਾਈਕ EMPLOYE ਦੀ ਹੈਗੀ। ਚਲੋ ਆਏ ਤਾਂ ਬਾਈਕ ਤੇ ਹੋਣਾ। ਆਹੋ। ਤੇ ਫਿਰ ਹੁਣ ਤੁਸੀਂ ਆਪ ਦੱਸੋ ਸਰ, ਟੈਂਡਰ ਜਿਹੜਾ ਵਾ ਤੁਹਾਡਾ ਲੱਖਾਂ ਰੁਪਏ ਦਾ ਹੁੰਦਾ ਵਾ, ਤੁਸੀਂ ਬਾਈਕ ਦੇ ਵਿੱਚ ਆਏ, ਹੁਣ ਇਹਦਾ ਮਤਲਬ ਕੀ ਤੁਸੀਂ ਗਰੀਬ ਹੋਗੇ? ਜ਼ਰੂਰੀ ਨਹੀਂ ਹੁੰਦਾ ਅਸੀਂ ਕਿਸੇ ਨੂੰ ਕੱਪੜਾ ਜੱਜ ਕਰੀ ਕਿ ਬਾਹਰ ਜਾ ਕੇ ਕੋਈ ਜੀਨ ਪਾ ਲੇਗਾ ਜਾਂ ਆਹ ਚੀਜ਼ ਕਰ ਲੇਗਾ। ਇਹ ਤਾਂ ਸਿਰਫ ਬੇਤੁਕੀ ਗੱਲਾਂ ਆ ਬਹਿਸ ਵਧਾਉਣ ਦੇ ਲਈ। ਬੈਸ ਨਹੀਂ ਵਧਾਣੀ ਆਪਾਂ। ਹੁਣੇ ਤੁਸੀਂ ਦੇਖਣਾ ਜਿਹੜੇ ਟੂ ਵੀਲਰ ਜਾਂਦੇ ਹੋਂਡਾ ਐਕਟਿਵਾ ਕਿੰਨਾ ਸਮਾਨ ਲੋਡ ਕਰਕੇ ਲੈ ਜਾਂਦੇ। ਮੈਂ ਉਹ ਤੁਹਾਡੀ ਗੱਲ ਤੋਂ ਸਹਿਮਤ ਆ। ਜੀਪ ਦਾ ਸਮਾਨ ਸਾਈਕਲਾਂ ਤੇ ਲੋਡ ਕਰ ਰਹੇ ਹੈਗੇ, ਮੋਟਰਸਾਈਕਲਾਂ ਤੇ ਲੋਡ ਕਰ ਰਹੇ ਹੈਗੇ। ਜੀਪ ਦਾ ਕਿਰਾਇਆ ਸਾਨੂੰ 50 ਰੁਪਏ ਹੈਗਾ। ਜੇ ਉਹਨਾਂ ਕੋਲੋਂ 10 15 20 ਰੁਪਏ ਲੈਂਦੇ ਹੈਗੇ ਤੇ ਆਪਾਂ ਗੁਨਾਹਗਾਰ ਹੋਗੇ। 50 ਦੀ ਸਾਨੂੰ 60 ਵਜ ਰਹੀ ਹੈ, ਉਹ ਕੋਈ ਨਹੀਂ ਵੇਖਦਾ। ਪਰ ਸਰ ਗੱਲ ਤਾਂ ਮੈਂ ਤੁਹਾਡੀ ਸਾਰੀ ਗੱਲਾਂ ਤੋਂ ਸਹਿਮਤ ਆ, ਪਰ ਜੇ ਆਪਾਂ ਉਦਾਂ ਗੱਲ ਕਰੀਏ, ਦੇਖੋ ਟੂ ਵੀਲਰ ਦੀ ਪਰਚੀ ਉਦਾਂ ਨਹੀਂ ਬਣਦੀ। ਆਪਾਂ ਇੱਕ ਨਾਰਮਲ ਗੱਲ ਟੂ ਵੀਲਰ ਦੀ ਨਹੀਂ ਬਣਦੀ। ਇਨ ਦੈਟ ਕੰਡੀਸ਼ਨ ਕਲੌਜ਼ ਹੈ ਉਹਦੇ ਅੰਦਰ ਕਿ 10 15 20 ਕਿਲੋ ਸਮਾਨ ਘਰ ਵਾਸਤੇ ਲੈ ਜਾਏਗਾ। ਜੇ ਉਹ ਧੰਦਾ ਕਰੇਗਾ, ਉਹਦੀ ਪਰਚੀ ਸਰਕਾਰ ਕਹੇ ਨਾ ਕਹੇ, ਉਹਦੀ ਪਰਚੀ ਤੇ ਬੰਦੀ ਹੈਗੀ। 4000 5000 ਰੁਪਏ ਦੇ ਟਮਾਟਰ ਤੇ ਸਾਰੇ ਸਭ ਸਮਾਨ ਲੋਡ ਕਰਕੇ ਲੈ ਜਾਂਦੇ। ਸਰ ਆਪਾਂ ਕਿਸ ਘਰ ਜਾਈਏ? ਸਰ ਫਿਰ ਇਹ ਚੀਜ਼ਾਂ ਤੁਹਾਨੂੰ ਨਹੀਂ ਤੁਸੀਂ ਬਿਲਕੁਲ ਠੀਕ ਹੈਗੇ। ਸਕੂਟਰ ਮੋਟਰਸਾਈਕਲ ਪਬਲਿਕ ਨੂੰ ਬਿਠਾ ਕੇ ਚਲਾਉਣ ਵਾਸਤੇ ਹੈਗਾ, ਸਬਜ਼ੀਆਂ ਢੋਣ ਵਾਸਤੇ ਨਹੀਂ ਹੈਗਾ। ਸਬਜ਼ੀਆਂ ਢੋਣ ਵਾਸਤੇ ਜੀਪਾਂ ਹੈਗੀਆਂ, ਰੇੜੇ ਹੈਗੇ, ਉੱਥੇ ਉਹ ਜਾਂਦੇ ਨਹੀਂ ਹੈਗੇ। ਹੋਂਡਾ ਐਕਟਿਵਾ ਤੇ ਰੱਖਿਆ ਸਮਾਨ ਅੱਗੇ ਚੱਲ ਕੇ ਆਪਾਂ ਕਿਸ ਘਰ ਜਾਈਏ ਦੱਸੋ? ਸਾਰੀ ਪਬਲਿਕ ਵੀ ਸੁਣ ਰਹੀ ਹੈ। ਹੁਣ ਸਰ ਜਿਹੜਾ ਨਾਲ ਇਨਸਾਫ ਕੌਣ ਕਰੇਗਾ ਸਰ? ਤੁਹਾਨੂੰ ਉਹੀ ਕਹਿ ਰਿਹਾ, ਹੁਣ ਜਿਹੜਾ ਬੰਦਾ ਸਾਈਕਲ ਤੇ ਉਹ ਤਾਂ ਵਿਚਾਰਾ ਮੋਟਰਸਾਈਕਲ ਤੇ ਨਹੀਂ ਸੀਗਾ, ਹੁਣ ਉਹਦੇ ਕੋਲ ਨਹੀਂ ਰੇੜੀ ਹੈਗੀ, ਕੀ ਕਰਿਓ? ਵਿਚਾਰੇ ਦੇ ਰੇੜੀ ਉਹਦੀ ਵਿਚਾਰੇ ਦੀ ਸਾਈਕਲ ਤੇ 3000 ਦੀ ਸਬਜ਼ੀ ਲੋਡ ਸੀ ਸਰ, ਉਹਨੇ 1000 ਰੁਪਏ ਅੱਗੇ ਵਟਨੇ ਹੈਗੇ। ਪਰ ਸਰ ਉਹਦੇ ਕੋਲ ਰੇੜੀ ਨਹੀਂ ਨਾ ਹੈਗੀ, ਉਹ ਕੀ ਕਰੇ ਉਹ ਦੱਸੋ? ਸਰ ਉਹਦੇ ਕੋਲ ਰੇੜੀ ਨਹੀਂ ਹੈਗੀ ਤੇ ਉਹਦੇ ਵਾਸਤੇ ਮੈਂ ਤੇ ਆਪਣੇ ਘਰੋਂ ਬਾਹਰ ਨਿਕਲਾਂਗਾ 10 ਲੱਖ ਰੁਪਏ ਬੰਦੇ ਪਰੇਸ਼ਾਨ ਹੈਗੇ। ਆਪਾਂ ਕੀ ਕਰੀਏ ਉਹਦੇ ਅੰਦਰ ਸਰ? ਆਪਾਂ ਹੀ ਮਜਬੂਰ ਹੈਗੇ ਆ। ਸਰ ਇਹ ਤੁਸੀਂ ਕੰਪਲੇਂਟਾਂ ਮੰਡੀ ਬੋਰਡ ਨੂੰ ਕਿਉਂ ਨਹੀਂ ਕਰਦੇ? ਗੱਲ ਤਾਂ ਫੇਰ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ। ਗੱਲ ਬਿਲਕੁਲ ਕਲੀਅਰ ਹੋਈ ਹੈ। ਜਲੰਧਰ ਸੀਗੇ ਆਪਾਂ, ਉੱਥੇ ਵੀ ਕਲੀਅਰ ਹੋਈ ਸੀ। ਕੋਈ ਆਪਣਾ ਪਰਸਨਲ ਵਾਹੀਕਲ ਮੋਟਰਸਾਈਕਲ ਸਕੂਟਰ ਸਬਜ਼ੀ ਢੋਣ ਵਾਸਤੇ ਇਸਤੇਮਾਲ ਕਰਦਾ, ਤੁਸੀਂ ਪਰਚੀ ਲੈ ਸਕਦੇ ਹੋ। ਮੰਡੀ ਬੋਰਡ ਨੇ ਤੁਹਾਨੂੰ ਇੰਨੀ ਗੱਲਾਂ ਉਹਨੇ ਐ ਨਹੀਂ ਕਿਹਾ। ਸਾਰੀ ਗੱਲਾਂ ਲਿਖਤ ਨਹੀਂ ਹੁੰਦੀ, ਕੁਝ ਸੈਲਫ ਅੰਡਰਸਟੂਡ ਵੀ ਹੁੰਦੀ ਹੈ ਸਰ। ਮੈਂ ਉਹੀ ਕਹਿ ਰਿਹਾ, ਮਤਲਬ ਤੁਹਾਡੀ ਉਦਾਂ ਜੇ ਰਫਲੀ ਗੱਲ ਕਰੀਏ ਤੇ ਗੱਲ ਹੋਈ ਆ ਤੁਹਾਡੀ। ਮੰਡੀ ਬੋਰਡ ਵਾਲੇ ਦੇ ਨਾਲ ਸਾਡਾ ਕੋਈ ਨਹੀਂ ਹੈਗਾ, ਠੀਕ ਹੈ। ਇਹ ਜਿਹੜਾ ਮੋਟਰਸਾਈਕਲ ਸਕੂਟਰ ਵਾਲੇ ਲੈ ਕੇ ਜਾਂਦੇ ਹੈਗੇ, ਇਹ ਸਾਡੇ ਨਾਲ ਧੱਕਾ ਕਰਦੇ ਹੈਗੇ। ਰੇੜੇ ਦੇ ਲੋਡ ਕਰੋ, ਰੇੜੇ ਦੀ ਪਰਚੀ ਸਾਨੂੰ ਮਿਲੇਗੀ। ਆਟੋ ਦੀ ਕਰੋ, ਆਪਣੇ ਘਰੋਂ ਲਿਆ ਕੇ। ਹੁਣ ਪੱਤਰਕਾਰਾਂ ਦੇ ਅੱਗੇ ਇਹ ਵਿਚਾਰੇ ਹੋ ਗਏ, ਉਹ 4000 ਦੀ ਸਬਜ਼ੀ ਲੋਡ ਕਰਕੇ ਲਿਜਾ ਰਿਹਾ ਹੈਗਾ, ਉਹਨੇ 6000 ਦੀ ਵੇਚਣੀ ਹੈ, 2000 ਕਮਾਏਗਾ, ਇੱਥੋਂ ਸਾਡੀ ਟੈਕਸ ਉਹ ਵੀ ਚੋਰੀ ਕਰਕੇ ਲੈ ਜਾਏਗਾ। ਤਾਂ ਆਪਾਂ ਕਿੱਥੇ ਜਾਈਏ ਸਰ? ਜਦੋਂ ਕਮਾਏਗਾ ਤੁਹਾਨੂੰ ਤਾਂ ਪਹਿਲੇ ਹੀ ਦੇ ਗਿਆ। ਨਹੀਂ ਸਰ, ਐਦਾਂ ਦੇ ਮੋਟਰਸਾਈਕਲ ਰੇੜੀਆਂ ਵਾਲੀਆਂ ਸੋਈਆਂ ਰੇੜੀਆਂ ਹੈਗੀਆਂ ਜਿਹੜੀ ਆਂਦੀ ਹੈ ਕਿ ਸਮਾਨ ਲੋਡ ਕਰਕੇ ਲੈ ਜਾਂਦੇ। ਆਪਾਂ ਕਿਸ ਘਰ ਜਾਈਏ ਦੱਸੋ? ਇਹ 10 ਬੰਦਿਆਂ ਨੂੰ ਮੈਂ ਰੋਟੀ ਕਿੱਦਾਂ ਦੇਵਾਂਗਾ? ਚਲੋ ਇਹਨਾਂ ਦੇ ਨਾਲ ਵੀ ਜਦੋਂ ਗੱਲਬਾਤ ਹੋਈ, ਤੁਸੀਂ ਦੇਖਿਆ ਕਿ ਰਫਲੀ ਜੇ ਇਹਨਾਂ ਦਾ ਕਹਿਣਾ ਇਹ ਸੀਗਾ ਕਿ ਸਾਡੀ ਮੰਡੀ ਬੋਰਡ ਦੇ ਨਾਲ ਵੀ ਜਿਹੜੀ ਗੱਲਬਾਤ ਹੋਈ ਹੈ, ਉਹਨਾਂ ਨੇ ਸਾਨੂੰ ਇੰਨੀ ਗੱਲ ਕਹਿ ਦਿੱਤੀ ਹੋਈ ਹੈ ਕਿ ਜੇ ਸਕੂਟਰ ਜਾਂ ਸਾਈਕਲ ਦੇ ਉੱਤੇ ਜੇ ਕੋਈ ਸਬਜ਼ੀ ਲੈ ਕੇ ਆਂਦਾ ਹੈ ਤੇ ਤੁਸੀਂ ਉਹਨਾਂ ਦੀ ਪਰਚੀ ਕੱਟ ਸਕਦੇ ਹੋ। ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਤੇ ਉੱਥੇ ਹੀ ਇਹਨਾਂ ਦਾ ਕਹਿਣਾ ਇਹ ਸੀਗਾ ਕਿ ਇਹ ਜਿਹੜੀ ਗੱਲਾਂ ਆ ਰਫਲੀ ਹੋਈਆਂ ਵਾ, ਕਿਤੇ ਵੀ ਲਿਖਤ ਦੇ ਵਿੱਚ ਨਹੀਂ ਹੋਈਆਂ। ਪਰ ਜਿਹੜਾ ਬੋਰਡ ਤੁਹਾਨੂੰ ਇੱਕ ਵਾਰੀ ਫਿਰ ਦਿਖਾਉਂਦੇ ਆ, ਮਾਰਕੀਟ ਕਮੇਟੀ ਦਾ ਜਿਹੜਾ ਬੋਰਡ ਲੱਗਾ ਹੋਇਆ, ਉਹਦੇ ਵਿੱਚ ਸਾਫ਼ ਤੌਰ ਤੇ ਜਿਹੜਾ ਲਿਖਿਆ ਹੋਇਆ ਕਿ ਟੂ ਵੀਲਰ ਦੀ ਜਿਹੜੀ ਪਰਚੀ ਆ ਉਹ ਨਹੀਂ ਬਣਦੀ। ਸੋ ਤੁਹਾਨੂੰ ਦੱਸ ਦਈਏ ਕਿ ਆੜਤੀਆਂ ਦੇ ਵੀ ਇਹਦੇ ਵਿੱਚ ਕਾਫੀ ਨਾਮ ਆ ਰਿਹਾ ਕਿ ਆੜਤੀਆਂ ਵਾਲੇ ਵੀ ਜਿਹੜੇ ਠੇਕੇਦਾਰਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਧੱਕਾ ਕਰਦੇ ਆ ਤੇ ਜਿਹੜੇ ਟਰੱਕਾਂ ਦੀਆਂ ਪਰਚੀਆਂ ਉਹ ਨਹੀਂ ਕਟਾਉਂਦੇ। ਉੱਥੇ ਹੀ ਇਹਨਾਂ ਦਾ ਜੇ ਕਹਿਣਾ ਜਿਹੜਾ ਇਹ ਆ, ਠੇਕੇਦਾਰ ਦੇ ਬੰਦਿਆਂ ਦਾ ਕਹਿਣਾ ਇਹ ਆ ਕਿ ਜੇ ਆੜਤੀਆਂ ਦਾ ਕੋਈ 1 ਜਾਂ 2 ਟਰੱਕ ਹੋਵੇ ਤੇ ਗੱਲ ਅਲੱਗ ਆ, ਪਰ 100 ਟਰੱਕ ਉਹ ਲੈ ਕੇ ਆਉਂਦੇ ਆ, ਪੂਰੀ ਮੰਡੀ ਜਿਹੜੀ ਘੇਰੀ ਜਾਂਦੀ ਆ ਤੇ ਅਸੀਂ ਜਿਹੜੇ ਪੈਸੇ ਕਿੱਥੋਂ ਕਮਾਈਏ। ਹੋਰ ਸਾਡੇ ਨਾਲ ਵੀ ਇੱਕ ਕਰਿੰਦਾ ਵੀ ਇੱਥੇ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਨਾਮ ਆ ਬ੍ਰਦਰ ਤੁਹਾਡਾ? ਹਰਪ੍ਰੀਤ ਜੀ। ਹਰਪ੍ਰੀਤ ਜੀ, ਕੀ ਸਾਰੀ ਗੱਲਬਾਤ ਹੈ? ਕਿਹੜੇ ਆੜਤੀ ਹੈ ਜਿਹੜੇ ਆ ਸਾਰੀਆਂ ਚੀਜ਼ਾਂ ਕਰ ਰਹੇ ਆ ਤੇ ਮੰਡੀ ਦੇ ਵਿੱਚ ਤੁਹਾਨੂੰ ਕਾਹਦਾ ਘਾਟਾ ਪੈ ਰਿਹਾ ਜਿਹੜਾ ਤੁਸੀਂ ਸਕੂਟਰਾਂ ਤੋਂ ਵੀ ਹੁਣ ਪੈਸੇ ਲੈਣੇ ਸ਼ੁਰੂ ਕਰਤੇ? ਕਿਉਂਕਿ ਅਸਲ ਦੇ ਵਿੱਚ ਟੂ ਵਾਹੀਕਲ ਦੇ ਪੈਸੇ ਬਣਦੇ ਨਹੀਂ, ਪਰ ਤੁਹਾਡਾ ਕਹਿਣਾ ਇਹ ਹੈ ਕਿ ਜਿਹੜਾ ਸਾਡਾ ਘਾਟਾ ਹੈ ਉਹ ਪੂਰਾ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਭਾਈ ਉਹ ਦੇਖੋ ਸਾਰੇ ਟਰੱਕ ਖੜੇ ਹੋਏ ਜੀ, ਇੱਧਰ ਵੀ ਦਾਣਾ ਮੰਡੀ ਭਰੀ ਹੋਈ, 100 ਟਰੱਕ ਹੈ ਭਾਜੀ ਯੂਨੀਅਨ ਦਾ। ਉਹ ਕੋਈ ਪਰਚੀ ਨਹੀਂ ਕਟਾਉਂਦੇ, ਕੋਈ ਕੁਛ ਨਹੀਂ ਕਰਦੇ। ਜੇ ਆਪਾਂ ਉਹਨਾਂ ਨਾਲ ਗੱਲ ਕਰਨ ਜਾਂਦੇ ਤਾਂ ਭਾਈ ਉਲਟਾ ਉਹ ਲੜਦੇ ਝਗੜਦੇ ਆ ਸਾਡੇ ਨਾਲ। ਕੀ ਕਾਰਨ ਕੀ ਹੈ ਇਹ? ਭਾਈ ਪਰਚੀ ਕਹਿੰਦੇ ਅਸੀਂ 20 ਸਾਲ ਪੁਰਾਣੇ ਬੈਠੇ, ਅਸੀਂ ਨਹੀਂ ਪਰਚੀ ਦੇਣੀ ਜੀ। ਪਰ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਠੇਕੇਦਾਰ, ਅਸੀਂ ਪੈਸੇ ਖਰਚ ਕੇ ਆਏ ਆ, ਸਾਡਾ ਕੰਮ ਹੀ ਪਰਚੀ ਕੱਟਣਾ ਆ, ਬੇਸ਼ੱਕ ਤੁਸੀਂ 100 ਸਾਲ ਪੁਰਾਣੇ ਹੋਵੋ। ਭਾਈ ਗੱਲਬਾਤ ਕੀਤੀ ਸੀਗੀ ਉਹ, ਪਰ ਕੋਈ ਹਜੇ ਨਿਕਲਿਆ ਨਹੀਂ, ਡਿਸੀਜਨ ਨਹੀਂ ਹੋਇਆ ਉਹਦਾ। ਤੇ ਉੱਥੇ ਹੀ ਤੁਹਾਡੇ ਬੰਦੇ ਇਹ ਵੀ ਕਹਿ ਰਹੇ ਕਿ ਜਿਹੜੇ ਆੜਤੀ ਵੀ ਸਾਡੇ ਨਾਲ ਇਦਾਂ ਕਰਦੇ ਹੈਗੇ ਆ। ਭਾਈ ਆੜਤੀਆਂ ਦੀ ਵੀ ਫ੍ਰੀ ਗੱਡੀਆਂ ਜਾਂਦੀਆਂ ਭਾਜੀ ਅੰਦਰ। ਆ ਜਿੱਦਾਂ ਕੰਟੀਨਾਂ ਲੱਗੀਆਂ ਇਹਨਾਂ ਦੇ ਸਕੁਅਰ ਫੁੱਟਾਂ ਦੇ ਹਿਸਾਬ ਨਾਲ ਪੈਸੇ ਬਣਦੇ ਆ, ਵੀ ਨਹੀਂ ਭੇਜ ਦਿੰਦੇ ਪਏ ਸਾਨੂੰ। ਤੇ ਤੁਸੀਂ ਕਿਹੜਾ ਉਹ ਆੜਤੀ ਆ ਵਾ? ਕਿ ਉਹਦਾ ਭਾਜੀ ਹਜੇ ਕਲੀਅਰ ਨਹੀਂ ਹੋਇਆ, ਉਹ ਜਦੋਂ ਕਲੀਅਰ ਹੋਊਗਾ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਜੀ। ਤੁਸੀਂ ਮੰਡੀ ਬੋਰਡ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਲੱਖਾਂ ਰੁਪਏ ਦੇ ਟੈਂਡਰ ਭਰੇ ਆ, ਜਾਂ ਤਾਂ ਸਾਡੇ ਟੈਂਡਰ ਦੇ ਰੇਟ ਘੱਟ ਕਰ ਦਿੱਤੇ ਜਾਣ ਜਾਂ ਸਾਡੀ ਰੇਟ ਲਿਸਟ ਜਿਹੜੀ ਆ ਵਧਾਈ ਜਾਵੇ? ਭਾਈ ਉਹ ਚਲਦੀ ਪਈ ਮੀਟਿੰਗ, ਜਦੋਂ ਮੀਟਿੰਗ ਹੋਊਗੀ ਤਾਂ ਆਪਾਂ ਫਿਰ ਕਲੀਅਰ ਕਰਕੇ ਤੁਹਾਨੂੰ ਦੱਸ ਦਾਂਗੇ। ਉਹਦੇ ਵਿੱਚ ਤੁਹਾਡੀ ਇਹ ਵੀ ਗੱਲ ਚੱਲਦੀ ਪਈ ਹੈ ਕਿ ਜਿਹੜੇ ਆੜਤੀ ਹੈ ਉਹ ਟਰੱਕਾਂ ਦੇ ਸਾਨੂੰ ਪੈਸੇ ਨਹੀਂ ਦੇ ਰਹੇ ਆ? ਸਾਰੇ ਮੁੱਦੇ ਰੱਖੇ ਹੋਏ ਆ ਕਿ ਕੋਈ ਇੱਕ ਖਾਸ ਮੁੱਦਾ ਰੱਖਿਆ? ਸਾਰੇ ਮੁੱਦੇ ਰੱਖੇ ਹੋਏ ਵੀ ਟਰੱਕਾਂ ਦੇ ਪੈਸੇ ਨਹੀਂ ਦਿੰਦੇ ਵੇ। ਉਧਰ ਭਾਈ ਦਾਣਾ ਮੰਡੀ ਚੱਲ 80 ਤੋਂ 100 ਟਰੱਕ ਖੜਾ, ਇੱਧਰ ਭਾਈ ਯੂਨੀਅਨ ਪੂਰੀ ਭਰੀ ਵੀ ਆ ਭਾਜੀ, ਕੋਈ ਪੈਸਾ ਨਹੀਂ ਦਿੰਦੇ ਸਾਨੂੰ। ਸੋ
ਤੁਹਾਨੂੰ ਦੱਸ ਦਈਏ ਕਿ ਜਦੋਂ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਗਈ ਉਹਨੇ ਆਪਣੀਆਂ ਵੀ ਚੀਜ਼ਾਂ ਦੱਸੀਆਂ ਵਾ ਕਿ ਸਾਨੂੰ ਜਿਹੜੇ ਰੇਟ ਜਿਹੜੇ ਪੈਸੇ ਆ ਇਸ ਕਰਕੇ ਲੈਣੇ ਪੈ ਰਹੇ ਕਿਉਂਕਿ ਜਿਹੜੇ ਟਰੱਕਾਂ ਵਾਲੇ ਉਹ ਵੀ ਸਾਡੇ ਪੈਸੇ ਨਹੀਂ ਦੇ ਰਹੇ। ਉੱਥੇ ਹੀ ਆੜਤੀਆਂ ਦੀ ਜੇ ਗੱਲ ਕਰੀਏ ਆੜਤੀ ਵੀ ਸਾਡੇ ਪੈਸੇ ਨਹੀਂ ਦੇ ਰਹੇ, ਤੇ ਜਿਹੜੇ ਇਹ ਜਿਹੜੀ ਇੱਥੇ ਫੜੀਆਂ ਲੱਗੀਆਂ ਹੋਈਆਂ ਜਿਹੜੇ ਸਕੁਅਰ ਫੁੱਟ ਦੇ ਹਿਸਾਬ ਨਾਲ ਲੱਗੀਆਂ ਹੋਈਆਂ ਵਾ ਇਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਇਹਨਾਂ ਤੋਂ ਵੀ ਪੈਸੇ ਬਣਦੇ ਆ ਪਰ ਇਹ ਵੀ ਸਾਡੇ ਪੈਸੇ ਨਹੀਂ ਦਿੰਦੇ। ਹੁਣ ਜਿਹੜੀ ਅਸੀਂ ਗੁਹਾਰ ਹੈ ਕਿੱਥੇ ਲਗਾਈਏ? ਉੱਥੇ ਹੀ ਇਹਨਾਂ ਦਾ ਕਹਿਣਾ ਇਹ ਹੈ ਕਿ ਮੰਡੀ ਬੋਰਡ ਦੇ ਨਾਲ ਜਿਹੜੀ ਸਾਡੀ ਮੀਟਿੰਗ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਸਾਰੇ ਮੁੱਦੇ ਰੱਖੇ ਹੋਏ ਆ, ਸਾਰੀਆਂ ਗੱਲਾਂ ਦੱਸੀਆਂ ਹੋਈਆਂ ਕਿ ਸਾਨੂੰ ਟਰੱਕ ਵਾਲੇ ਪੈਸੇ ਨਹੀਂ ਦੇ ਰਹੇ ਤੇ ਜਿਹੜੇ ਯੂਨੀਅਨ ਵਾਲੇ ਆ ਉਹ ਵੀ ਸਾਨੂੰ ਪੈਸੇ ਨਹੀਂ ਦੇ ਰਹੇ, ਸਕੁਅਰ ਫੁੱਟ ਦੇ ਹਿਸਾਬ ਨਾਲ ਵੀ ਸਾਨੂੰ ਪੈਸੇ ਨਹੀਂ ਮਿਲ ਰਹੇ। ਉੱਥੇ ਹੀ ਜੇ ਅਸੀਂ ਥੋੜੇ ਵੱਧ ਪੈਸੇ ਲਈਏ ਤੇ ਉਹਦੇ ਵਿੱਚ ਜਿਹੜੀ ਜਿਹੜਾ ਸਾਡਾ ਲੜਾਈ ਝਗੜਾ ਹੁੰਦਾ, ਜਿਹੜੇ 2 ਵੀਲਰ ਆ ਉਹਦੇ ਉੱਤੇ ਵੀ ਜਿਹੜਾ ਲੋਕੀ ਸਮਾਨ ਲੱਦ ਕੇ ਲੈ ਕੇ ਜਾਂਦੇ ਆ ਤਾਂ ਕਿ ਜਿਹੜੀ ਸਾਨੂੰ ਪਰਚੀ ਅਸੀਂ ਉਹਨਾਂ ਦੀ ਨਾ ਕੱਢ ਪਾਈਏ। ਸੋ ਆ ਸਾਰੇ ਮੁੱਦੇ ਜਿਹੜੇ ਰੱਖੇ, ਹੁਣ ਜਿਹੜਾ ਡਿਸੀਜਨ ਹੈ ਉਹ ਤੇ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਿਹੜੀ ਮੰਡੀ ਬੋਰਡ ਹੈ ਕੀ ਡਿਸੀਜਨ ਲੈਂਦੀ ਆ। ਉਹ ਜੇ ਗੱਲ ਕਰੀਏ ਰੇਟ ਲਿਸਟ ਆਪਣੀ ਵਧਾਉਂਦੀ ਹੈ ਜਾਂ ਜਿਹੜੇ ਠੇਕੇ ਦਾ ਟੈਂਡਰ ਆ ਉਹ ਘੱਟ ਕਰਦੀ ਹੈ। ਕੈਮਰਾਮੈਨ ਜਤਿੰਦਰ ਸੋਂਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ, ਸਵੇਰਾ ਟੀਵੀ ਜਲੰਧਰ।